ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਨਗਰ ਤਲਣ, ਜ਼ਿਲ੍ਹਾ ਜਲੰਧਰ ਵਿਖੇ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਦੇ ਦਰਸ਼ਨ ਦੀਦਾਰੇ, ਗੁਰੂ ਕੀ ਬਾਣੀ ਦਾ ਕੀਰਤਨ, ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਮਿਲ ਰਿਹਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲਿਆ ਹੋਇਆ ਹੈ। ਨਿੱਤਾ ਪ੍ਰਤੀ ਆਪਾਂ ਆਨੰਦ ਮਾਣਦੇ ਹਾਂ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਕੀਆਂ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ, ਆਪ ਜੀ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ ਦੀ ਸਿੱਖਿਆ ਦਿੰਦੇ ਹੋ ਕਿ ਸ਼ੁਭ ਕਰਮ ਜੀਵ ਨੂੰ ਕਰਨੇ ਚਾਹੀਦੇ ਹੈ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਕਰਮ ਹੈ ਇਹ ਬਣਦੇ ਕਿਵੇਂ ਆ, ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹੈ, ਇਹਨਾਂ ਕਰਮਾਂ ਦੇ ਕਾਰਨ ਜੋ ਫਲ ਮਿਲਦੇ ਹੈ ਉਹ ਫਲ ਕੀ ਹੁੰਦਾ ਹੈ, ਕਿਵੇਂ ਫਲੀਭੂਤ ਹੁੰਦੇ ਹੈ। ਇਹਨਾਂ ਕਰਮਾਂ ਨੂੰ ਕਰਦਿਆਂ ਹੋਇਆਂ ਵੀ ਜੀਵ ਇਹਨਾਂ ਤੋਂ ਨਿਰਲੇਪ ਕਿਵੇਂ ਰਹਿ ਸਕਦਾ ਹੈ, ਜਨਮ ਮਰਨ ਦੇ ਬੰਧਨ ਤੋਂ ਕਿਵੇਂ ਛੁਟਕਾਰਾ ਪਾ ਸਕਦਾ ਹੈ, ਕਰਮਾਂ ਦਾ ਵਿਨਾਸ਼ ਕਿਵੇਂ ਹੁੰਦਾ ਹੈ। ਆਪ ਜੀ ਸਭ ਪ੍ਰਕਾਰ ਕਰਕੇ ਵਿਸਥਾਰ ਸਹਿਤ ਗੁਰੂ ਕੀਆਂ ਸੰਗਤਾਂ ਨੂੰ ਦੱਸਣਾ ਕਰੋ। ਜਿਸ ਵੇਲੇ ਇਹ ਬਚਨ ਗੁਰੂ ਕੀਆਂ ਸੰਗਤਾਂ ਨੇ ਕੀਤੇ ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ ਨੂੰ ਤੁਸੀਂ ਮੇਰਾ ਹੀ ਸਰੂਪ ਜਾਣੋ। ਪੰਜ ਪਿਆਰਿਆਂ ਵਿੱਚੋਂ ਪ੍ਰਥਮ ਸਿੰਘ, ਪਹਿਲਾ ਸਿਰ ਦੇਣ ਵਾਲੇ ਪਿਆਰੇ ਭਾਈ ਦਇਆ ਸਿੰਘ ਜੀ ਦੀ ਡਿਊਟੀ ਲਾ ਦਿੱਤੀ ਕਿ ਇਹ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇਣਗੇ। ਜੋ ਜੋ ਵੀ ਤੁਹਾਡਾ ਸ਼ੰਕਾ ਹੈ, ਪ੍ਰਸ਼ਨ ਹੈ, ਭਾਈ ਦਇਆ ਸਿੰਘ ਜੀ ਅੱਗੇ ਕਰੋ ਅਤੇ ਭਾਈ ਦਇਆ ਸਿੰਘ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਦਇਆ ਸਿੰਘ ਜੀ ਸੰਗਤਾਂ ਦੇ ਜਵਾਬ ਦੇਣ ਲੱਗੇ। ਪਹਿਲਾਂ ਬੜੀ ਅਧੀਨਗੀ ਨਿਮਰਤਾ ਦੇ ਨਾਲ ਆਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਕਰਨ ਕਰਾਉਣ ਵਾਲੇ ਤਾਂ ਆਪ ਹੀ ਹਨ। ਮੈਂ ਤਾਂ ਇੱਕ ਪੁਤਲੀ ਦੀ ਤਰ੍ਹਾਂ ਹਾਂ। ਜਿਵੇਂ ਪੁਤਲੀਆਂ ਨੂੰ ਉਹ ਜਿਹੜਾ ਤਮਾਸ਼ਾ ਦਿਖਾਉਣ ਵਾਲਾ ਨਟ ਹੈ ਉਹਨਾਂ ਦੀ ਤਾਰ ਹਿਲਾਈ ਜਾਂਦਾ ਅਤੇ ਨਚਾਈ ਜਾਂਦਾ ਹੈ, ਇਵੇਂ ਸਤਿਗੁਰੂ ਜੀ ਮੈਥੋਂ ਜਿਵੇਂ ਕਹਾਉਣਗੇ ਉਸੇ ਤਰ੍ਹਾਂ ਮੈਂ ਕਹੀ ਜਾਵਾਂਗਾ, ਤੁਹਾਡੇ ਸਵਾਲਾਂ ਦਾ ਉੱਤਰ ਦੇ ਦੇਵਾਂਗਾ। ਫਿਰ ਗੁਰੂ ਕੀਆਂ ਸੰਗਤਾਂ ਨੂੰ ਭਾਈ ਦਇਆ ਸਿੰਘ ਜੀ ਨੇ ਦੱਸਿਆ ਕਿ ਕਰਮ ਜਿਹੜੇ ਹੈ ਇਹ ਤਿੰਨ ਪ੍ਰਕਾਰ ਦੇ ਹੁੰਦੇ ਆ। ਇੱਕ ਕਿਰਿਆਮਾਨ ਕਰਮ ਹਨ, ਇੱਕ ਸੰਚਿਤ ਕਰਮ ਹਨ ਅਤੇ ਇਸੇ ਤਰ੍ਹਾਂ ਤੀਜੇ ਜਿਹੜੇ ਇਹ ਪ੍ਰਾਰਬਧ ਕਰਮ ਹਨ। ਅਤੇ ਕਹਿੰਦੇ ਇਹਨਾਂ ਨੂੰ ਇਉਂ ਜਾਣ ਲਓ ਵੀ ਜਿਵੇਂ ਇੱਕ ਭੱਥੇ ਦੇ ਵਿੱਚ, ਤਰਕਸ਼ ਦੇ ਵਿੱਚ ਤੀਰ ਤਿੰਨ ਤਰ੍ਹਾਂ ਦੇ ਪਾਏ ਹੋਣ, ਉਸੇ ਤਰ੍ਹਾਂ ਸਾਡਾ ਅੰਤਸ਼ਕਰਨ ਰੂਪੀ ਭੱਥਾ ਹੈ ਜਿਹੜਾ ਮਨ, ਬੁੱਧੀ, ਚਿੱਤ ਅਤੇ ਅਹੰਕਾਰ ਚਾਰਾਂ ਦੇ ਸਮੁਦਾਇ ਦੇ ਨਾਲ ਬਣਿਆ ਹੋਇਆ ਹੈ। ਸੋ ਇਹਦੇ ਵਿੱਚ ਚੇਤਨ ਆਤਮਾ ਦਾ ਪ੍ਰਤੀਬਿੰਬ ਪੈ ਰਿਹਾ, ਆਭਾਸ ਪੈ ਰਿਹਾ, ਜਿਸ ਕਰਕੇ ਇਹਦੇ ਵਿੱਚ ਸਫੁਰਤੀ ਹੈ, ਨਹੀਂ ਤਾਂ ਆਪ ਇਹ ਜੜ ਹੈ। ਸੋ ਸਫੁਰਤੀ ਦੇ ਕਾਰਨ ਹੀ ਇਹ ਸਮਰੱਥ ਹੁੰਦਾ ਹੈ ਕਿ ਕਰਮਾਂ ਨੂੰ ਆਪਣੇ ਵਿੱਚ ਧਾਰਨ ਕਰ ਸਕੇ, ਰੱਖ ਸਕੇ। ਜਿਵੇਂ ਕਹਿੰਦੇ ਇੱਕ ਘੜਾ ਹੈ, ਉਹ ਮਿੱਟੀ ਅਤੇ ਜਲ ਤੋਂ ਮਿਲ ਕੇ ਬਣਿਆ ਹੋਇਆ ਹੈ, ਵਿੱਚ ਉਹਦੇ ਖਾਲੀ ਜਗ੍ਹਾ ਹੁੰਦੀ ਹੈ, ਆਕਾਸ਼ ਦਾ ਤੱਤ ਹੁੰਦਾ ਹੈ। ਸੋ ਕਹਿੰਦੇ ਇਹ ਜਿਹੜੇ ਸਾਰੇ ਤੱਤਾਂ ਤੋਂ ਉਹ ਬਣੇ ਆ, ਜੇ ਇਹਨਾਂ ਵਿੱਚੋਂ ਇੱਕ ਦਾ ਵੀ ਅਭਾਵ ਹੋਵੇ, ਇੱਕ ਵੀ ਨਾ ਹੋਵੇ ਅਤੇ ਉਹ ਘੜਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਮਨ, ਬੁੱਧ, ਚਿੱਤ, ਹੰਕਾਰ ਇਹ ਜਿਹੜਾ
ਸਾਰਿਆਂ ਦਾ ਸਮੁਦਾਇ ਹੈ, ਇਹਨਾਂ ਦੇ ਵਿੱਚੋਂ ਇੱਕ ਵੀ ਨਾ ਹੋਵੇ ਨਾ। ਅਤੇ ਕਹਿੰਦੇ ਇਹ ਜਿਹੜਾ ਅੰਤਸ਼ਕਰਨ ਆ ਇਹ ਜੜ ਹੀ ਰਹਿੰਦਾ ਹੈ, ਇਹ ਚੇਤਨ ਨਹੀਂ ਹੁੰਦਾ, ਇਹ ਕਰਮਾਂ ਨੂੰ ਧਾਰਨ ਨਹੀਂ ਕਰ ਸਕਦਾ। ਇਸ ਪ੍ਰਕਾਰ ਭਾਈ ਸਾਹਿਬ ਜੀ ਨੇ ਜੋ ਵਿਸਥਾਰ ਸਹਿਤ ਦੱਸਿਆ, ਆਪਾਂ ਪਿਛਲੇ 2 ਦਿਨਾਂ ਦੇ ਦੀਵਾਨਾਂ ਵਿੱਚ ਕਰਮ ਫਿਲਾਸਫੀ ਨੂੰ, ਕਰਮਾਂ ਦੀ ਸਾਇੰਸ ਨੂੰ, ਕਰਮ ਵਿਗਿਆਨ ਨੂੰ ਪੜ੍ਹਿਆ, ਸੁਣਿਆ, ਸਮਝਿਆ, ਸਮਝਣ ਦਾ ਯਤਨ ਕੀਤਾ, ਸਮਝਾਉਣ ਦਾ ਯਤਨ ਕੀਤਾ ਹੈ। ਸੋ ਕਿਉਂਕਿ ਇਹ ਪ੍ਰਕਰਣ ਜਿਹੜੇ ਚੱਲ ਰਹੇ ਹੈ ਇਹ ਅਤਿਅੰਤ ਗਹਿਰ ਗੰਭੀਰ ਵਿਸ਼ੇ ਹਨ, ਬਹੁਤ ਸੂਖਮ ਬਿਰਤੀ ਕਰਕੇ ਇਹਨਾਂ ਨੂੰ ਸੁਣਨ ਦੀ ਲੋੜ ਹੈ ਔਰ ਸੂਖਮ ਬਿਰਤੀ ਕਰਕੇ ਪੜ੍ਹਨ ਦੀ ਲੋੜ ਹੈ, ਸੂਖਮ ਬਿਰਤੀ ਕਰਕੇ ਸੁਣਾਉਣ ਦੀ ਲੋੜ ਹੈ, ਜਿਸ ਕਰਕੇ ਮਨ ਦੀ ਇਕਾਗਰਤਾ ਦੀ ਬਹੁਤ ਜ਼ਰੂਰਤ ਹੈ। ਸੋ ਕਰੋ ਕਿਰਪਾ ਸਾਰੇ, ਮਨ ਬਿਰਤੀਆਂ ਨੂੰ ਇਕਾਗਰ ਕਰੋ। ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ ਸਤਿਨਾਮ ਵਾਹਿਗੁਰੂ ਜਪੀਏ। ਉਪਰੰਤ ਜਿਵੇਂ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਨੂੰ ਇਹ ਤਿੰਨੇ ਪ੍ਰਕਾਰ ਦੇ ਜਿਹੜੇ ਕਰਮ ਹੈ ਇਹਨਾਂ ਦੀ ਬਾਬਤ ਦੱਸ ਰਹੇ ਹਨ, ਸੋ ਆਪਾਂ ਬੜੇ ਪਿਆਰ ਨਾਲ ਸੁਣੀਏ ਜੀ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਥਮ ਅਵਸਥਾ ਮੈਂ ਤੇਰੇ ਹਾਂ, ਕਹਿੰਦੇ ਜਿਹੜੇ ਇਹ ਕਰਮ 3 ਪ੍ਰਕਾਰ ਦੇ ਹਨ, ਕਿਰੇਮਾਨ ਹੈ, ਸੰਚਿਤ ਕਰਮ ਹੈ ਅਤੇ ਪ੍ਰਾਰਬਧ ਹੈ। ਪਰ ਇਹਨਾਂ ਦੀ ਜਿਹੜੀ ਪਹਿਲੀ ਅਵਸਥਾ ਹੈ, ਜਿੱਥੋਂ ਸ਼ੁਰੂਆਤ ਹੁੰਦੀ ਹੈ, ਆਰੰਭਤਾ ਹੁੰਦੀ ਹੈ, ਕਹਿੰਦੇ ਪ੍ਰਥਮ ਅਵਸਥਾ ਮਹਿ ਕਿਰੇਮਾਨ। ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ, ਕਰਮ ਹੈ ਨਾ ਜਿਹੜਾ, ਕਰਮ ਦੀ ਜਿਹੜੀ ਪਹਿਲੀ ਸਟੇਜ ਹੈ, ਜਿਹੜਾ ਉਹਦਾ ਪਹਿਲਾ ਪੜਾਅ ਹੈ, ਸੋ ਪਹਿਲੇ ਪੜਾਅ ਦੇ ਉੱਤੇ ਪਹਿਲੀ ਅਵਸਥਾ ਦੇ ਵਿੱਚ ਕਹਿੰਦੇ ਇਹਨੂੰ ਕਿਰੇਮਾਨ ਇਹਦਾ ਨਾਮ ਆਖਿਆ ਜਾਂਦਾ ਹੈ। ਜਦੋਂ ਇਹ ਦੂਜੇ ਪੜਾਅ 'ਤੇ, ਦੂਜੇ ਸਟੈਪ 'ਤੇ, ਦੂਜੇ ਲੈਵਲ 'ਤੇ, ਦੂਜੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਉਸ ਵੇਲੇ ਇਸ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਜਦੋਂ ਤੀਜੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ, ਤੀਜੇ ਲੈਵਲ 'ਤੇ, ਤੀਜੀ ਸਟੇਜ 'ਤੇ ਚਲਿਆ ਜਾਂਦਾ ਹੈ, ਅਤੇ ਕਹਿੰਦੇ ਉਸ ਵੇਲੇ ਕਹਿੰਦੇ ਪ੍ਰਾਰਬਧ ਜਾਂ ਪ੍ਰਾਲਬਧ ਇਹਦੀ ਸੰਗਿਆ, ਇਹਦਾ ਨਾਮ ਹੋ ਜਾਂਦਾ ਹੈ। ਫਿਰ ਇੱਕ ਉਦਾਹਰਨ, ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਵੀ ਕਿਵੇਂ ਇਹਨਾਂ ਦੇ ਨਾਮ ਬਦਲਦੇ ਹੈ ਇੱਕੋ ਹੀ ਚੀਜ਼, ਕਰਮ ਇੱਕੋ ਹੀ ਹੈ, ਪਰ 3 ਤਰ੍ਹਾਂ ਦਾ ਕਿਵੇਂ ਹੋ ਗਿਆ, 3 ਨਾਂ ਕਿਵੇਂ ਹੋ ਗਏ। ਹੈ ਤਾਂ ਕਿਰੇਮਾਨ ਸੀ, ਉਹ ਤੋਂ ਸੰਚਿਤ ਕਿਵੇਂ ਬਣ ਗਿਆ, ਪ੍ਰਾਰਬਧ ਕਿਵੇਂ ਬਣ ਗਿਆ। ਇਹਦੇ ਵਾਸਤੇ ਇੱਕ ਉਦਾਹਰਨ ਦਿੰਦੇ ਆ, ਕਹਿੰਦੇ ਜਿਵੇਂ ਇੱਕ ਕਾਲ ਭਵਿੱਖਤ ਹੋਏ। ਜਿਵੇਂ ਕਹਿੰਦੇ ਇੱਕ ਕਾਲ ਹੁੰਦਾ ਹੈ, ਇੱਕ ਸਮਾਂ ਹੁੰਦਾ ਹੈ ਜਿਹਨੂੰ ਆਪਾਂ ਭਵਿੱਖਤ ਕਹਿੰਦੇ ਆ। ਭਵਿੱਖਤ ਸਮਾਂ ਜਿਹੜਾ ਆਉਣ ਵਾਲਾ ਸਮਾਂ, ਭਵਿੱਖ ਵਿੱਚ ਭਵਿੱਖ ਦਾ ਸਮਾਂ ਹੁੰਦਾ, ਕਹਿੰਦੇ ਜਿਵੇਂ ਇੱਕ ਪ੍ਰਕਾਰ ਦਾ। ਫਿਰ ਕਹਿੰਦੇ ਉਹ ਜਿਹੜਾ ਭਵਿੱਖ ਦਾ ਸਮਾਂ, ਆਪਾਂ ਭਵਿੱਖ ਦੇ ਸਮੇਂ ਵਾਸਤੇ ਕੋਈ ਵੀ ਚੀਜ਼ ਮਿੱਥ ਲਈਏ, ਮੰਨ ਲਓ ਕੋਈ ਵਿਆਹ ਸ਼ਾਦੀ ਦਾ ਦਿਨ ਮਿੱਥ ਲਿਆ, ਵਿਆਹ ਸ਼ਾਦੀ ਦਾ ਦਿਨ ਨੀਅਤ ਕਰ ਲਿਆ, ਅਤੇ ਆਪਾਂ ਕਹਿੰਦੇ ਹਾਂ ਵੀ ਫਲਾਣੀ ਤਰੀਕ ਨੂੰ ਫਲਾਣੇ ਬੰਦੇ ਦਾ ਵਿਆਹ ਹੈ, ਉਹਦੀ ਸ਼ਾਦੀ ਹੈ, ਉਹਦੇ ਆਨੰਦ ਕਾਰਜ ਹੈ, ਮੈਰਿਜ ਹੈ। ਅਤੇ ਕਹਿੰਦੇ ਜਦੋਂ ਆਪਾਂ ਮਿਥਿਆ ਉਹਨੂੰ, ਉਹ ਦਿਨ ਨੀਅਤ ਕੀਤਾ, ਦਿਨ ਰੱਖਿਆ, ਅਤੇ ਉਸ ਵੇਲੇ ਉਹ ਸਮਾਂ ਜਿਹੜਾ ਉਹ ਭਵਿੱਖਤ ਸਮਾਂ ਹੈ। ਮੰਨ ਲਓ ਆਪਾਂ ਕਹਿ ਦਿੱਤਾ ਵੀ 20 ਤਰੀਕ ਨੂੰ ਵਿਆਹ ਹੈ, ਅਤੇ ਉਹ ਜਿਹੜੀ 20 ਤਰੀਕ ਹੈ ਮਹੀਨੇ ਦੀ, ਉਹ ਇੱਕ ਭਵਿੱਖਤ ਸਮਾਂ ਹੈ ਉਸ ਤੋਂ ਪਹਿਲੇ ਦਿਨਾਂ ਦੇ ਵਿੱਚ। ਪਰ ਕਹਿੰਦੇ ਫਿਰ ਜਦੋਂ ਉਹ ਸਮਾਂ ਲੰਘਦਾ ਗਿਆ, ਬਾਹਰੋਂ ਵਰਤਮਾਨ ਹੈ ਸੋਈ। ਫਿਰ ਜਿੱਦਣ ਉਹ 20 ਤਰੀਕ ਆ ਗਈ, ਵਿਆਹ ਦਾ ਆਨੰਦ ਕਾਰਜ ਦਾ ਦਿਨ ਆ ਗਿਆ, ਸਮਾਂ ਉਹੀ ਹੈ, ਤਰੀਕ ਉਹੀ 20 ਹੈ, ਪਰ ਉਸ ਦਿਨ ਆਪਾਂ ਇਹ ਨਹੀਂ ਕਹਾਂਗੇ ਕਿ ਉਹ ਟਾਈਮ ਆਵੇਗਾ, ਆਪਾਂ ਕਹਾਂਗੇ ਵੀ ਆਨੰਦ ਕਾਰਜ ਹੋ ਰਿਹਾ ਹੈ। ਉਹ ਵਰਤਮਾਨ ਸਮਾਂ ਬਣ ਗਿਆ। ਪਹਿਲਾਂ ਉਹੀ ਸਮਾਂ ਭਵਿੱਖਤ ਸੀ, ਜਿਸ ਦਿਨ ਉਹ ਸਮਾਂ ਆ ਗਿਆ ਉਹੀ ਵਰਤਮਾਨ ਕਾਲ ਬਣ ਗਿਆ। ਫਿਰ ਕਹਿੰਦੇ ਜਦੋਂ ਮੰਨ ਲਓ ਵਿਆਹ ਸ਼ਾਦੀ ਆਨੰਦ ਕਾਰਜ ਲੰਘ ਗਿਆ, ਸਮਾਂ ਉਹਨੂੰ ਬਤੀਤ ਹੋ ਗਿਆ, ਅਤੇ ਕਹਿੰਦੇ ਉਹੀ ਭੂਤ ਕਾਲ ਹੋ ਗਿਆ, ਬੀਤਿਆ ਹੋਇਆ ਸਮਾਂ ਹੋ ਗਿਆ। ਸਮਾਂ ਤਾਂ ਉਹੀ ਹੈ ਨਾ, ਤਰੀਕ ਤਾਂ ਉਹੀ 20 ਹੈ, ਪਹਿਲਾਂ ਮਿਥਿਆ ਅਤੇ ਉਹ ਭਵਿੱਖਤ ਸੀ। ਜਿਸ ਦਿਨ ਆਨੰਦ ਕਾਰਜ ਹੋ ਰਿਹਾ ਸੀ, ਵਰਤ ਰਿਹਾ ਸੀ ਸਮਾਂ, ਉਹ ਉਦਣ ਉਹ ਵਰਤਮਾਨ ਹੋ ਗਿਆ।
ਤੇ ਜਦੋਂ ਉਹ ਲੰਘ ਗਿਆ ਉਹੀ ਸਮਾਂ ਭਵਿੱਖਤ ਵਾਹਿਗੁਰੂ ਭੂਤਕਾਲ ਹੋ ਗਿਆ, ਬੀਤਿਆ ਹੋਇਆ ਸਮਾਂ ਲੰਘ ਗਿਆ। ਫਿਰ ਆਪਾਂ ਇਹ ਕਹਿੰਦੇ ਆ ਵੀ ਫਲਾਣੇ ਬੰਦੇ ਦਾ ਫਲਾਣੀ 20 ਤਰੀਕ ਨੂੰ ਫਲਾਣੇ ਸਾਲ ਦੀ ਨੂੰ ਤੇ ਇਹ ਮੈਰਿਜ ਹੋਈ ਸੀ, ਉਹਦਾ ਆਨੰਦ ਕਾਰਜ ਹੋਇਆ ਸੀ, ਵਿਆਹ ਹੋਇਆ ਸੀ। ਉੱਥੇ ਸੀ ਸ਼ਬਦ ਆ ਗਿਆ। ਪਹਿਲਾਂ ਸੀਗਾ ਹੋਵੇਗਾ, ਵਰਤਮਾਨ ਹੋਇਆ ਤਾਂ ਹੋ ਰਿਹਾ ਹੈ, ਤੇ ਜਦੋਂ ਉਹ ਲੰਘ ਗਿਆ ਹੋਇਆ ਸੀ, ਹੋ ਚੁੱਕਿਆ ਹੈ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਹੈ ਫਿਊਚਰ ਟੈਂਸ, ਪ੍ਰੈਜੈਂਟ ਤੇ ਪਾਸਟ। ਪੰਜਾਬੀ ਵਿੱਚ ਆਪਾਂ ਕਹਿੰਦੇ ਹਾਂ ਭਵਿੱਖਤ ਕਾਲ, ਵਰਤਮਾਨ ਕਾਲ ਅਤੇ ਭੂਤਕਾਲ। ਸੋ ਇਹ 3 ਪ੍ਰਕਾਰ ਦੇ ਟੈਂਸ ਹਨ, 3 ਪ੍ਰਕਾਰ ਦਾ ਕਾਲ ਹੈ, 3 ਪ੍ਰਕਾਰ ਦਾ ਸਮਾਂ ਨਾ। ਕਹਿੰਦੇ ਜਿਸ ਤਰ੍ਹਾਂ ਕਹਿੰਦੇ ਉਹੀ ਸਮਾਂ ਪਹਿਲਾਂ ਭਵਿੱਖਤ ਹੁੰਦਾ ਹੈ, ਫਿਰ ਵਰਤਮਾਨ ਹੋ ਜਾਂਦਾ ਹੈ, ਤੇ ਕਹਿੰਦੇ ਜਦੋਂ ਉਹ ਸਮਾਂ ਲੰਘ ਜਾਏ ਉਹੀ ਸਮਾਂ ਭੂਤਕਾਲ ਹੋ ਜਾਂਦਾ ਹੈ। ਇਹ ਗੁਰੂ ਕੇ ਖਾਲਸਾ ਜੀ, ਗੁਰੂ ਕੀ ਖਾਲਸਾ ਸਾਧ ਸੰਗਤ ਜੀ, ਭਾਈ ਦਇਆ ਸਿੰਘ ਜੀ ਕਹਿੰਦੇ ਇਸੇ ਪ੍ਰਕਾਰ ਕਹਿੰਦੇ ਕਰਮਾਂ ਦੇ ਸੰਬੰਧ ਵਿੱਚ ਜਾਣ ਲਓ ਵੀ ਹੈ ਕਿਰੇਮਾਨ, ਬਾਅਦ ਵਿੱਚ ਉਹ ਸੰਚਿਤ ਬਣ ਗਿਆ, ਸੰਚਿਤ ਤੋਂ ਉਹੀ ਪ੍ਰਾਰਬਧ ਬਣ ਗਿਆ, ਇਸ ਪ੍ਰਕਾਰ ਜਾਣ ਲਵੋ। ਹਾਂ ਕਹਿੰਦੇ ਜਦੋਂ ਉਹ ਫਿਰ ਪ੍ਰਾਰਬਧ ਬਣ ਜਾਂਦਾ, ਪ੍ਰਾਲਬਧ ਬਣ ਜਾਂਦਾ ਨਾ, ਕਰਮ ਸਾਡੀ ਕਿਸਮਤ ਬਣ ਜਾਂਦਾ, ਲੱਕ ਜਿਹਨੂੰ ਆਪਾਂ ਕਹਿੰਦੇ ਆ, ਆਪਾਂ ਕਹਿੰਦੇ ਆ ਜੋ ਸਾਡੇ ਕਰਮਾਂ ਵਿੱਚ ਲਿਖਿਆ ਹੈ, ਉਦੋਂ ਨੂੰ ਉਹ ਪ੍ਰਾਲਬਧ ਬਣ ਜਾਂਦਾ। ਜਦੋਂ ਕਹਿੰਦੇ ਉਹ ਪ੍ਰਾਰਬਧ ਬਣ ਗਿਆ ਤਾਂ ਕਹਿੰਦੇ ਇਹ ਫਿਰ 3 ਪ੍ਰਕਾਰ ਕਰਕੇ ਫਲੀਭੂਤ ਹੁੰਦਾ, 3 ਪ੍ਰਕਾਰ ਦੇ ਫਲ ਦਿੰਦਾ ਹੈ। ਪ੍ਰਾਲਬਧ ਦੇ ਨਾਲ ਕਹਿੰਦੇ ਇਹ 3 ਪ੍ਰਕਾਰ ਦੀ ਪ੍ਰਾਪਤੀ ਹੁੰਦੀ ਹੈ। ਹਾਂ ਕਹਿੰਦੇ 3 ਚੀਜ਼ਾਂ ਮਿਲਦੀਆਂ, ਜਾਤੀ, ਆਰਬਲਾ ਉਮਰ ਤੇ ਭੋਗ, ਪਦਾਰਥਾਂ ਦਾ ਭੋਗਣਾ। ਸੋ ਚੀਨ ਕਹਿੰਦੇ ਇਹ ਤਿੰਨਾਂ ਨੂੰ ਜਾਣ ਲਵੋ ਵੀ ਇਹ 3 ਚੀਜ਼ਾਂ ਪ੍ਰਾਪਤ ਹੁੰਦੀਆਂ। ਪਹਿਲਾਂ ਤਾਂ ਪ੍ਰਾਪਤ ਹੁੰਦੀ ਹੈ ਜਾਤੀ, ਵੀ ਕਿਸ ਜਾਤੀ ਦੇ ਵਿੱਚ ਮਨੁੱਖ ਜਨਮ ਲੈਂਦਾ, ਇਹ ਹਰੇਕ ਦੀ ਆਪੋ ਆਪਣੀ ਪ੍ਰਾਰਬਧ ਹੈ। ਕਿਉਂਕਿ ਜਾਤੀਆਂ ਜਿਹੜੀਆਂ ਹੈਗੀਆਂ, ਮਨੁੱਖਾਂ ਦੀ ਵੀ ਜਾਤੀ ਹੈ, ਦੇਵਤਿਆਂ ਦੀ ਵੀ ਜਾਤੀ ਹੈ, ਦੈਤਾਂ ਦੀ ਵੀ ਜਾਤੀ ਹੈ, ਜੱਖਾਂ ਦੀ, ਕਿੰਨਰਾਂ ਦੀ, ਗੰਧਰਵਾਂ ਦੀ, ਬਨਸਪਤੀ ਦੀ, ਚਰ ਅਚਰ ਹਰ ਤਰ੍ਹਾਂ ਦੀ ਜਿਹੜੀ ਇਹ ਸ੍ਰਿਸ਼ਟੀ ਦੇ ਵਿੱਚ ਪੈਦਾਇਸ਼ ਹੈ, ਉਹ ਵੱਖਰੀਆਂ ਵੱਖਰੀਆਂ ਜਾਤੀਆਂ, ਉਹਨਾਂ ਨੂੰ ਜਾਣ ਲਓ। ਅਤੇ ਇਸੇ ਤਰ੍ਹਾਂ ਜੇ ਆਪਾਂ ਸਿਰਫ ਮਨੁੱਖਾ ਜਾਤੀ ਦੀ ਗੱਲ ਕਰੀਏ ਤਾਂ ਮਨੁੱਖ ਜਾਤੀ ਦੇ ਵਿੱਚ ਵੀ ਪ੍ਰਾਲਬਧ ਦੇ ਅਨੁਸਾਰ ਹੀ ਕੋਈ ਚੰਗੇ ਕਰਮ ਹੋਣਗੇ, ਚੰਗੀ ਪ੍ਰਾਲਬਧ, ਚੰਗੀ ਕਿਸਮਤ ਹੈ ਜਿਹਦੀ ਉੱਚੀ ਜਾਤੀ ਜਿਹੜੀ ਕਹੀ ਜਾਂਦੀ ਹੈ ਉਹਦੇ ਵਿੱਚ ਪੈਦਾ ਹੋ ਜਾਂਦਾ ਹੈ, ਅਤੇ ਕੋਈ ਆਪਣੀ ਪ੍ਰਾਲਬਧ ਦੇ ਅਨੁਸਾਰ ਕੋਈ ਨੀਵੀਂ ਜਾਤੀ ਵਿੱਚ ਪੈਦਾ ਹੋ ਜਾਂਦਾ। ਸੋ ਇਹ ਪ੍ਰਾਲਬਧ ਦਾ ਫਲ ਜਾਤੀ ਹੈ, ਪਹਿਲਾ ਫਲ ਹੈ। ਸੋ ਇਸੇ ਪ੍ਰਕਾਰ ਉਹ ਜਾਤੀ ਦੇ ਵਿੱਚ, ਉੱਤਮ ਜਾਤੀ ਦੇ ਵਿੱਚ ਉਹਦੇ ਚੰਗੇ ਜਿਹੜੇ ਮਿੱਤਰ ਬਣਦੇ ਹੈ, ਚੰਗੇ ਰਿਸ਼ਤੇਦਾਰ ਉਹਨੂੰ ਲੱਭਦੇ ਹੈ, ਚੰਗਾ ਉਹਦਾ ਜਿਹੜਾ ਸਾਰੀ ਜਿਹੜੀ ਹੈਗੀ ਆ ਉਮਰ ਉਹ ਇਹ ਚੰਗੀ ਜਾਤੀ ਦੇ ਵਿੱਚ ਬਤੀਤ ਹੁੰਦੀ ਹੈ। ਦੂਸਰਾ ਫਲ ਹੈ ਆਰਬਲਾ। ਆਰਬਲਾ ਨਾਮ ਹੈ ਆਰਜਾ ਦਾ, ਉਮਰ ਦਾ। ਸੋ ਉਮਰ ਵੀ ਜਿਹੜੀ ਹੈ ਉਹ ਵੀ ਪ੍ਰਾਲਬਧ ਦਾ ਹੀ ਫਲ ਹੈ। ਜਿਸ ਤਰ੍ਹਾਂ ਦੀ ਪ੍ਰਾਲਬਧ ਹੋਏਗੀ ਉਸੇ ਪ੍ਰਕਾਰ ਦੀ ਉਮਰ ਪ੍ਰਾਪਤ ਹੋਵੇਗੀ ਅਤੇ ਉਸੇ ਪ੍ਰਕਾਰ ਦੀ ਉਹ ਬੀਤੇਗੀ। ਸੋ ਉਮਰ ਪ੍ਰਾਪਤ ਹੋਣੀ ਅਤੇ ਉਮਰ ਕਿਸ ਪ੍ਰਕਾਰ ਬੀਤਦੀ ਹੈ ਇਹ ਵੀ ਪ੍ਰਾਰਬਧ ਦਾ ਹੀ ਫਲ ਹੈ। ਪ੍ਰਾਰਬਧ ਕਰਮ ਹੀ ਮੁਕਰਰ ਕਰਦੇ ਆ ਸਾਡੇ ਵਾਹਿਗੁਰੂ ਪਰਮੇਸ਼ਰ, ਸਾਡਾ ਜੋ ਕਰਮ ਫਲ ਪ੍ਰਦਾਤਾ ਹੈ। ਸੋ ਉਹ ਵਾਹਿਗੁਰੂ ਨਿਸ਼ਚਿਤ ਕਰਦਾ ਸਾਡੀ ਪ੍ਰਾਰਬਧ, ਵੀ ਜਿਸ ਤਰ੍ਹਾਂ ਦੇ ਅਸੀਂ ਕਰਮ ਕੀਤੇ ਹੁੰਦੇ ਆ ਕਿਰੇਮਾਨ ਸੰਚਿਤ, ਉਹਨਾਂ ਦੇ ਨਾਲ ਸਾਡੀ ਪ੍ਰਾਲਬਧ ਬਣ ਜਾਂਦੀ ਹੈ, ਅਤੇ ਉਹ ਪ੍ਰਾਲਬਧ ਅਨੁਸਾਰ ਵਾਹਿਗੁਰੂ ਪਰਮੇਸ਼ਰ ਸਾਨੂੰ ਉਮਰ ਦਿੰਦਾ। ਸੋ ਇਹ ਜਿਹੜੀ ਉਮਰ ਹੈ, ਕਈਆਂ ਦੀ ਬਹੁਤ ਲੰਬੀ ਆਰਜਾ ਹੁੰਦੀ ਹੈ, ਲੰਮੀ ਉਮਰ ਭੋਗਦੇ ਆ ਸੰਸਾਰ ਦੇ ਵਿੱਚ, ਅਤੇ ਕਈ ਜਿਹੜੇ ਆਪਾਂ ਵੇਖਦੇ ਹਾਂ ਦੁਰਭਾਗਵਸ਼ ਐਸਾ ਵੀ ਕਈ ਵਾਰੀ ਹੁੰਦਾ ਹੈ, ਮਾੜੀ ਕਿਸਮਤ ਵਾਲੇ ਜੀਵ, ਕੋਈ ਬੱਚਾ ਪੈਦਾ ਹੁੰਦਾ ਉਹ ਇੱਕੋ ਹੀ ਸਾਹ ਲੈਂਦਾ ਅਤੇ ਨਾਲ ਦੀ ਨਾਲ ਉਹਨੂੰ ਦੂਜਾ ਸਾਹ ਹੁੰਦਾ ਨਹੀਂ, ਚੜ੍ਹਾਈ ਕਰ ਜਾਂਦਾ। ਇਹ ਪ੍ਰਾਲਬਧ ਕਿਸਮਤ ਹੈ, ਕਿਸਮਤ ਦੇ ਨਾਲ ਹੀ ਹੈ ਵੀ ਕਿੰਨੀ ਉਮਰ ਕਿਸੇ ਨੇ ਭੋਗਣੀ ਹੈ, ਪ੍ਰਾਲਬਧ ਦੇ ਅਨੁਸਾਰ ਪ੍ਰਾਪਤੀ ਹੁੰਦੀ ਹੈ। ਫਿਰ ਜਿਹੜੀ ਆਰਬਲ ਹੈ ਉਹ ਬੀਤਦੀ ਕਿਵੇਂ ਹੈ? ਕਈਆਂ ਦੀ ਆਰਬਲਾ ਬੜੇ ਰਿਸ਼ਟ ਪੁਸ਼ਟ, ਚੰਗਾ ਤਕੜਾ ਸਰੀਰ ਹੁੰਦਾ ਹੈ, ਬਹੁਤ ਸੋਹਣੇ ਤਰੀਕੇ ਦੇ ਨਾਲ ਬਤੀਤ ਹੁੰਦੀ ਹੈ, ਸਾਰੀ ਉਮਰ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ, ਸਾਰੀ ਉਮਰ ਸੁਖੀ ਰਹਿੰਦੇ ਆ, ਚੰਗਾ ਤਨ ਉਹਨਾਂ ਦਾ ਅਰੋਗ ਰਹਿੰਦਾ ਹੈ, ਕੋਈ ਬਿਮਾਰੀ ਨਹੀਂ ਲੱਗਦੀ। ਅਤੇ ਕਈਆਂ ਦੀ ਉਮਰ ਕੋਈ ਮਾੜਾ ਕੁਕਰਮ ਕਰ ਬਹਿੰਦੇ ਆ, ਜੇਲ੍ਹਾਂ ਦੇ ਵਿੱਚ ਹੀ ਲੰਘ ਜਾਂਦੀ ਹੈ। ਇਹ ਪ੍ਰਾਲਬਧ ਹੈ ਨਾ, ਆਪੋ ਆਪਣੀ ਕਿਸਮਤ ਹੈ, ਪ੍ਰਾਰਬਧ ਕਰਮ ਇਹ ਫਲ ਦੇ ਰਿਹਾ।
ਸੋ ਜਾਤੀ ਅਤੇ ਉਮਰ, ਇਹ ਪ੍ਰਾਲਬਧ ਕਰਮ ਦੇ ਅਨੁਸਾਰ ਦੂਜਾ ਫਲ ਜਿਹੜਾ ਉਮਰ ਆਰਬਲਾ ਹੈ। ਕਈਆਂ ਦੀ ਉਮਰ ਜਿਹੜੀ ਆ ਸਾਰੀ ਉਮਰ ਕਿਸੇ ਦਾ ਸਿਰ ਵੀ ਨਹੀਂ ਦੁਖਦਾ, ਅਤੇ ਕਈਆਂ ਦੀ ਹਸਪਤਾਲਾਂ ਦੇ ਵਿੱਚ ਪਿਆ, ਬੈੱਡਾਂ ਦੇ ਉੱਤੇ ਪਿਆ, ਮੰਜੇ 'ਤੇ ਲੇਟੇ ਹੀ ਲੰਘ ਜਾਂਦੀ ਆ ਸਾਰੀ ਉਮਰ। ਇਹ ਭਾਈ ਆਪੋ ਆਪਣੀ ਪ੍ਰਾਲਬਧ ਦੇ ਅਨੁਸਾਰ ਫਲ ਦੀ ਪ੍ਰਾਪਤੀ ਹੈ। ਇਹ ਦੂਸਰਾ ਫਲ ਹੈ। ਔਰ ਇਸੇ ਤਰ੍ਹਾਂ ਤੀਸਰਾ ਫਲ ਜਿਹੜਾ ਭੋਗ, ਪਦਾਰਥਾਂ ਨੂੰ ਭੋਗਣਾ। ਸੋ ਭੋਗ ਜਿਹੜੇ ਹੈ ਦੁੱਖ ਅਤੇ ਸੁੱਖ ਦਾ ਅਨੁਭਵ ਕਰਨਾ, ਕਿ ਮੈਨੂੰ ਹੁਣ ਦੁੱਖ ਹੋ ਰਿਹਾ, ਮੈਨੂੰ ਹੁਣ ਸੁੱਖ ਹੋ ਰਿਹਾ। ਫਿਰ ਵੱਡਾ ਛੋਟਾਪੁਣਾ, ਮੈਂ ਬਿਰਧ ਵੱਡਾ ਹਾਂ, ਮੈਂ ਛੋਟਾ ਹਾਂ, ਵੱਡਾਪੁਣਾ ਅਤੇ ਛੋਟਾਪੁਣਾ। ਸੋ ਇਹ ਵੀ ਜਿਹੜੇ ਹੈ ਇਹ ਵੀ ਪ੍ਰਾਰਬਧ ਦੇ ਅਨੁਸਾਰ ਹੀ ਹੈ। ਅਤੇ ਇਸੇ ਤਰ੍ਹਾਂ ਸੁੰਦਰ ਸਰੂਪ ਹੋਣਾ, ਚੰਗਾ ਸੋਹਣਾ ਸੁਨੱਖਾ ਹੋਣਾ, ਅਤੇ ਇਸੇ ਤਰ੍ਹਾਂ ਕੋਝਾ ਸਰੂਪ ਹੋਣਾ, ਭੈੜਾ ਜਿਹਾ ਸਰੂਪ ਹੋਣਾ, ਜਾਂ ਕਿਸੇ ਅੰਗ ਤੋਂ ਹੀਣਾ ਹੋਣਾ, ਲੂਲਾ ਲੰਗਾ ਹੋਣਾ। ਸੋ ਇਹ ਵੀ ਆਪੋ ਆਪਣੀ ਪ੍ਰਾਰਬਧ ਦੇ ਅਨੁਸਾਰ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਸੁਰ, ਦੇਵਤੇ, ਨਰ, ਮਨੁੱਖ, ਇਹਨਾਂ ਤੋਂ ਆਦਿ ਲੈ ਕੇ ਤੇ ਚਰਾਚਰ ਦੇਹ, ਚਰ ਅਤੇ ਅਚਰ, ਚੱਲਣ ਵਾਲੇ ਤੇ ਨਾ ਚੱਲਣ ਵਾਲੇ, ਜੜ ਅਤੇ ਚੇਤਨ। ਜਿਵੇਂ ਪਹਾੜ ਹੈ ਉਹ ਅਚਰ ਹੈ, ਉਹ ਵਿਚਰ ਨਹੀਂ ਸਕਦੇ ਕਿਤੇ। ਦਰਖਤ ਆ ਉਹ ਵਿਚਰ ਨਹੀਂ ਕਰ ਸਕਦੇ, ਵਿਚਰਨ ਨਹੀਂ ਕਰ ਸਕਦੇ, ਤੁਰ ਫਿਰ ਨਹੀਂ ਸਕਦੇ। ਹੈ ਤਾਂ ਇੱਕ ਜੂਨੀ ਹੈ, ਇੱਕ ਜਾਤੀ ਹੈ, ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਉਹਦੀ ਪੈਦਾਇਸ਼ ਹੋਈ ਹੈ। ਸੋ ਕਹਿੰਦੇ ਇਸ ਪ੍ਰਕਾਰ ਦੇਵਤੇ, ਮਨੁੱਖਾਂ ਆਦਿਕ ਤੋਂ ਲੈ ਕੇ ਚੱਲ ਅਚਲ, ਜੜ ਚੇਤਨ ਜਿੰਨੀਆਂ ਵੀ ਦੇਹਾਂ ਸਰੀਰ ਹਨ, ਫਿਰ ਕਹਿੰਦੇ ਇਹਨਾਂ ਦੇ ਵਿੱਚ ਵੀ ਕਹਿੰਦੇ ਕੋਈ ਉੱਤਮ ਹੈ, ਕੋਈ ਮੱਧਮ ਹੈ, ਵਿਚਕਾਰਲੇ ਜੇ ਮੇਲ ਦਾ ਹੈ, ਦਰਮਿਆਨਾ ਜਿਹਾ ਹੈ, ਅਤੇ ਇਸੇ ਪ੍ਰਕਾਰ ਅਦਮ ਜਿਹੜਾ ਬਿਲਕੁਲ ਹੇਠਲੇ ਲੈਵਲ ਦਾ, ਹੇਠਲੇ ਦਰਜੇ ਦਾ ਅਛੇ ਇੱਕ ਰਸ ਹਨ। ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚ ਕਹਿੰਦੇ ਅੱਗੇ ਕਹਿੰਦੇ ਹੋਰ ਨਾਨਾ ਅਨੇਕਾਂ ਕਿਸਮਾਂ ਹਨ। ਜਿਵੇਂ ਜਾਤੀ ਪ੍ਰਾਪਤ ਹੋ ਗਈ, ਉਹਦੇ ਵਿੱਚ ਅੱਗੇ ਕਿੰਨੀਆਂ ਹੋਰ ਕਿਸਮਾਂ। ਜਾਤੀ ਦੇ ਵਿੱਚ ਫਿਰ ਗੋਤਰ ਆਦਿ ਗੋਤ ਆ ਜਾਂਦੇ ਆ, ਸਰਨੇਮ ਆ ਜਾਂਦੇ ਆ। ਕੋਈ ਕਹਿੰਦਾ ਜੀ ਅਸੀਂ ਸਾਰਸੁਤ ਬ੍ਰਾਹਮਣ ਆ, ਅਸੀਂ ਵੱਡੇ ਆ। ਕੋਈ ਕਹਿੰਦਾ ਅਸੀਂ ਜੋਸ਼ੀ ਬ੍ਰਾਹਮਣ ਹੈ। ਕੋਈ ਕਹਿੰਦਾ ਅਸੀਂ ਭਾਰਗੋ ਹੈ, ਭ੍ਰਿਗੂ ਰਿਖੀ ਦੇ ਉਹ ਅੱਗੇ ਜਿਹੜੀ ਹੈਗੀ ਆ ਵੰਸ਼ ਦੇ ਵਿੱਚੋਂ ਆ ਅਸੀਂ। ਸੋ ਇਸ ਪ੍ਰਕਾਰ ਕੋਈ ਆਪਣੇ ਆਪ ਨੂੰ ਸੋਢੀ, ਭੱਲਾ, ਤ੍ਰਿਹਣ। ਸੋ ਇਹ ਅੱਗੇ ਵੱਖਰੀਆਂ ਵੱਖਰੀਆਂ ਕਿਸਮਾਂ ਆ ਗਈਆਂ। ਇਹ ਵੀ ਪ੍ਰਾਰਬਧ ਕਰਮ ਦੇ ਮੁਤਾਬਕ ਹੀ ਹੈ ਵੀ ਕੌਣ ਕਿੱਥੇ ਪੈਦਾ ਹੁੰਦਾ। ਸੋ ਕਹਿੰਦੇ ਇਸ ਪ੍ਰਕਾਰ ਇਹਨਾਂ ਦੇ ਵਿੱਚ ਵੀ ਅੱਗੇ ਬਹੁਤ ਕਿਸਮਾਂ ਹਨ। ਕਹਿੰਦੇ ਇਹਨੂੰ ਜਾਣ ਲਵੋ ਕਿ ਇਹ ਜਾਤੀ ਦਾ ਫਲ ਵਰਣਨ ਕੀਤਾ ਹੈ, ਵੀ ਜਿਹੜਾ ਪ੍ਰਾਰਬਧ ਕਰਮ ਹੈ ਉਹ ਜਿਹੜੇ ਫਲ ਬਖਸ਼ਦਾ ਨਾ, ਉਹਨਾਂ ਵਿੱਚੋਂ ਜਿਹੜਾ ਜਾਤੀ ਫਲ ਹੈ, ਕਹਿੰਦੇ ਇਹਨੂੰ ਇਹ ਵਿਸਥਾਰ ਦੇ ਵਿੱਚ ਜਾਣੋ। ਕਿਉਂਕਿ ਕਈ ਲੋਕ ਆਪਣੇ ਆਪ ਨੂੰ ਜਿਹੜੇ ਵੱਡੇ ਕਹਾਉਂਦੇ ਹੈ ਅਤੇ ਕਈ ਦੂਸਰਿਆਂ ਨੂੰ ਛੋਟੇ ਗਿਣਦੇ ਹੈ। ਜਿਵੇਂ ਚੰਦੂ ਦੀ ਲੜਕੀ ਦਾ ਰਿਸ਼ਤਾ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਕਰ ਆਏ ਸਨ ਬ੍ਰਾਹਮਣ, ਅਤੇ ਉਸ ਵੇਲੇ ਉਹਨੇ ਜਾਤ ਅਭਿਮਾਨ ਦੇ ਵਿੱਚ ਹੀ ਆਖਿਆ ਸੀ ਨਾ ਵੀ ਅਸੀਂ ਤਾਂ ਉੱਤਮ ਗੋਤ ਦੇ ਬ੍ਰਾਹਮਣ ਹਾਂ, 2.5 ਘਰਾ ਗੋਤ ਹੈ ਮੇਰਾ, ਅਤੇ ਮੈਂ ਉੱਚਾ ਬ੍ਰਾਹਮਣ ਹੈ, ਅਤੇ ਤੁਸੀਂ ਉਹ ਖੱਤਰੀਆਂ ਦੀ ਜਿਹੜੀ ਗੱਦੀ ਹੈ ਸੋ ਉਹਦੇ ਵਿੱਚ ਜਾਂ ਸੋਢੀਆਂ ਦੇ ਲੜਕੇ ਨੂੰ ਮੇਰੀ ਲੜਕੀ ਦਾ ਰਿਸ਼ਤਾ ਕਰ ਆਏ ਹੋ। ਅਸੀਂ ਤਾਂ ਉੱਚੇ ਗੋਤ ਦੇ ਹੋਣ ਕਰਕੇ ਚੁਬਾਰੇ ਵਾਂਗ ਹੈ, ਮੇਰੀ ਲੜਕੀ ਜਿਹੜੀ ਚੁਬਾਰੇ ਦੀ ਉੱਚੀ ਇੱਟ ਹੈ, ਅਤੇ ਗੁਰੂ ਘਰ ਜਾਂ ਗੁਰੂ ਘਰ ਦਾ ਜਿਹੜਾ ਸਾਹਿਬਜ਼ਾਦਾ ਗੁਰੂ ਅਰਜਨ ਦੇਵ ਮਹਾਰਾਜ ਦਾ, ਸੋ ਉਹ ਕਹਿੰਦੇ ਜਿਵੇਂ ਨੀਂਹ ਦੇ ਵਿੱਚ ਇੱਟ ਲਾਈ ਹੁੰਦੀ ਹੈ ਉਹਦੇ ਸਮਾਨ ਹੈ। ਅਤੇ ਤੁਸੀਂ ਮੇਰੀ ਲੜਕੀ ਜਿਹੜੀ ਚੁਬਾਰੇ ਦੀ ਇੱਟ ਹੈ ਉਹਨੂੰ ਉੱਥੇ ਫਿੱਟ ਕਰ ਆਏ ਹੋ, ਨੀਂਹ ਦੇ ਵਿੱਚ ਚੁਬਾਰੇ ਦੀ ਇੱਟ ਨੂੰ ਤੁਸੀਂ ਮੋਰੀ ਵਿੱਚ ਲਾ ਆਏ ਹੋ, ਬੜੇ ਹੰਕਾਰ ਦੇ ਸਹਿਤ ਆਖਿਆ ਸੀ ਨਾ। ਸੋ ਇਸ ਪ੍ਰਕਾਰ ਕਈਆਂ ਨੂੰ ਜਾਤੀ ਅਭਿਮਾਨ ਹੁੰਦਾ ਹੈ। ਸੋ ਇਹ ਵੀ ਕਹਿੰਦੇ ਪ੍ਰਾਲਬਧ ਦੇ ਮੁਤਾਬਕ ਹੀ ਹੈ। ਕਿਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਕਰਮਾਂ ਦੇ ਮੁਤਾਬਕ ਕਿਤੇ ਪੈਦਾ ਕੀਤਾ ਹੈ, ਕਿਸੇ ਨੂੰ ਕਿਤੇ ਪੈਦਾ ਕੀਤਾ ਹੈ। ਸੋ ਕਹਿੰਦੇ ਸਾਰਾ ਇਹ ਜਾਤੀ ਦਾ ਫਲ ਵਰਣਨ ਕੀਤਾ ਹੈ। ਫਿਰ ਕਹਿੰਦੇ ਜਿਹੜਾ ਜੀਵਨ ਹੈ, ਜ਼ਿੰਦਗੀ ਹੈ, ਆਰਬਲ ਹੈ, ਦੂਸਰਾ ਫਲ ਆਰਬਲਾ। ਕਹਿੰਦੇ ਇਹ ਵੀ ਕਰਮਾਂ ਦੇ ਅਨੁਸਾਰ ਹੈ। ਕਿਸੇ ਦੀ ਨਿਮਕ ਮਾਤਰ ਹੀ ਉਮਰ ਹੁੰਦੀ ਹੈ, ਨਿਮਕ ਅੱਖ ਝਮਕਣ ਜਿੰਨੀ ਬਸ ਸੰਸਾਰ ਦੇ ਵਿੱਚ ਬੱਚੇ ਨੇ ਜਨਮ ਲਿਆ,
ਇੱਕ ਸਾਹ ਆਇਆ, ਦੂਜਾ ਸਾਹ ਆਇਆ ਹੀ ਨਹੀਂ, ਇੱਕ ਨਿਮਖ ਦੇ ਵਿੱਚ ਹੀ ਜ਼ਿੰਦਗੀ ਸਮਾਪਤ ਹੈ। ਤੇ ਇਸੇ ਤਰ੍ਹਾਂ ਇੱਕ ਨਿਮਖ ਤੋਂ ਲੈ ਕੇ ਆਦ ਆਰੰਭ ਕਰਕੇ, ਇੱਕ ਨਿਮਖ ਤੋਂ ਆਰੰਭ ਹੋ ਕੇ ਜਿੰਨਾ ਵੀ ਕਿਸੇ ਦਾ ਜੀਵਨ ਹੈ, ਜਿੰਨੀ ਲੰਬੀ ਆਰਜ ਹੈ, ਲੱਖ ਵਰਿਆਂ ਦੀ ਆਰਜਾ ਵੀ ਆਪਾਂ ਪੜ੍ਹਦੇ ਸੁਣਦੇ ਆ ਧਰਮ ਗ੍ਰੰਥਾਂ ਵਿੱਚ, ਸੈਂਕੜੇ ਹਜ਼ਾਰਾਂ ਲੱਖਾਂ ਸਾਲਾਂ ਦੀ ਉਮਰ ਵੀ ਹੁੰਦੀ ਹੈ। ਕਹਿੰਦੇ ਇਹ ਜਿਹੜਾ ਸਾਰਾ ਫਲ ਹੈ ਉਮਰ ਦਾ, ਇਹ ਵੀ ਪ੍ਰਾਲਬਧ ਅਨੁਸਾਰ ਮਿਲਦਾ ਹੈ। ਕਹਿੰਦੇ ਇਹਨੂੰ ਸਾਰੇ ਨੂੰ ਕਹਿੰਦੇ ਆਰਬਲਾ ਫਲ ਜਾਣੋ ਕਿ ਪ੍ਰਾਰਬਧ ਦੇ ਮੁਤਾਬਕ ਸਾਨੂੰ ਇਹ ਉਮਰ ਦਾ ਫਲ ਪ੍ਰਾਪਤ ਹੋਇਆ ਹੈ। ਹਾਂ, ਫਿਰ ਹੁਣ ਅੱਗੇ ਭੋਗ ਦਾ ਵਿਸਥਾਰ ਕਰਦੇ ਆ ਵੀ ਭੋਗ ਕੀ ਹੈ। ਕਹਿੰਦੇ ਦੁੱਖ ਅਤੇ ਸੁੱਖ ਦੇ ਸਰੂਪ ਨੂੰ ਅਨੁਭਵ ਕਰ ਲੈਣਾ। ਫਿਰ ਬ੍ਰਿਧ ਕਿਦੋਂ ਲਘੂ, ਕਹਿੰਦੇ ਵੱਡਾ ਹੋਣਾ ਜਾਂ ਛੋਟਾ ਹੋਣਾ, ਵੱਡਾ ਪੁਣਾ ਜਾਂ ਛੋਟਾ ਪੁਣਾ। ਤੇ ਇਸੇ ਤਰ੍ਹਾਂ ਅਨੂਪ ਬਹੁਤ ਸੁੰਦਰ ਹੋਣਾ ਤੇ ਅਨਊਪ ਉਪਮਾ ਤੋਂ ਰਹਿਤ ਹੋਣਾ, ਭਾਵ ਜੀ ਦੀ ਕੋਈ ਉਪਮਾ ਹੋਵੇ ਹੀ ਨਾ, ਸੁੰਦਰ ਸਰੂਪ ਨਾ ਹੋਣਾ, ਕੋਝਾ ਜਾਂ ਭੈੜਾ ਜਾਂ ਸਰੂਪ ਹੋਣਾ। ਸੋ ਇਹ ਵੀ ਇਸ ਤਰ੍ਹਾਂ। ਹਾਂ, ਕਹਿੰਦੇ ਇਹਨਾਂ 6 ਚੀਜ਼ਾਂ ਨੂੰ ਕਹਿੰਦੇ ਜਿਹੜੇ ਬੁੱਧੀਵਾਨ ਲੋਕ ਆ ਨਾ, ਭੋਗ ਦਾ ਨਾਮ ਦਿੰਦੇ ਆ ਵੀ ਇਹ ਭੋਗ ਹੈ। ਦੁੱਖ ਤੇ ਸੁੱਖ ਦਾ ਅਨੁਭਵ, ਵੱਡਾ ਪੁਣਾ ਛੋਟੇ ਪੁਣੇ ਦਾ ਅਨੁਭਵ, ਸੁੰਦਰ ਸਰੂਪ ਦਾ ਤੇ ਕੋਝੇ ਸਰੂਪ ਦਾ ਅਨੁਭਵ। ਇਹ 6 ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬੁੱਧੀਵਾਨ ਲੋਕ, ਵਿਦਵਾਨ ਲੋਕ ਭੋਗ ਕਹਿੰਦੇ ਹਨ। ਤੇ 14 ਲੋਕ ਜਿਹੜੇ 7 ਆਕਾਸ਼ 7 ਪਤਾਲ 14 ਤਵਕ ਮੰਨੇ ਗਏ ਹਨ। ਕਹਿੰਦੇ ਇਹਨਾਂ 14 ਲੋਕਾਂ ਦੇ ਵਿੱਚ ਹੀ ਕਹਿੰਦੇ ਸਾਰੇ ਲੋਕ ਇਹ ਫਲ ਦੀ ਪ੍ਰਾਪਤੀ ਕਰਦੇ ਹਨ। ਹਾਂ, ਫਿਰ ਕਹਿੰਦੇ ਦੂਸਰਾ ਕਰਮ ਦੱਸਦੇ ਆ। ਕਹਿੰਦੇ ਜਿਹੜਾ ਜਿਸ ਕਰਮ ਦਾ ਨਾਂ ਸੰਚਿਤ ਹੈ ਔਰ ਕਿਰੇਮਾਨ ਹੈ। ਜਿਹੜੇ 2 ਹੋਰ ਕਰਮ ਹਨ, ਜਿਹੜਾ ਕਹਿੰਦੇ ਆਤਮ ਗਿਆਨੀ ਹੋ ਜਾਂਦਾ ਹੈ, ਆਪਣੇ ਆਤਮ ਦਾ ਅਨੁਭਵ ਕਰ ਲੈਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਾਨਸ। ਜਦੋਂ ਕਹਿੰਦੇ ਗਿਆਨ ਹੋ ਗਿਆ ਆਪਣੇ ਆਤਮ ਸਰੂਪ ਦਾ। ਗਿਆਨ ਕੀ ਹੈ? ਧਰਮ ਗ੍ਰੰਥ ਕਹਿੰਦਾ, ਅਧਿਆਤਮ ਪ੍ਰਕਾਸ਼ ਦੇ ਵਿੱਚ ਇਹ ਬਚਨ ਆਉਂਦੇ ਹੈ ਕਿ ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ। ਕਹਿੰਦੇ ਅਗਿਆਨਤਾ ਦੇ ਕਾਰਨ ਜਦੋਂ ਮਨੁੱਖ ਆਪਣੇ ਨਿਜ ਸਰੂਪ ਨੂੰ ਭੁੱਲ ਬੈਠਾ ਵੀ ਮੈਂ ਪਰਮਾਤਮਾ ਦੀ ਅੰਸ਼ ਆਤਮਾ ਹਾਂ, ਇਹ ਸਰੀਰ ਸੱਤ ਨਹੀਂ ਹੈ, ਆਤਮਾ ਸੱਤ ਹੈ। ਇਸ ਆਤਮਾ ਦਾ ਮੁੜ ਕੇ ਉਸ ਪਰਮਾਤਮਾ ਦੇ ਵਿੱਚ ਹੀ ਮੇਲ ਹੋਣਾ ਚਾਹੀਦਾ ਹੈ ਤੇ ਇਸ ਮੇਲ ਕਰਨ ਵਾਸਤੇ ਮੈਨੂੰ ਯਤਨ ਕਰਨੇ ਚਾਹੀਦੇ ਹੈ। ਜਦੋਂ ਕਹਿੰਦੇ ਇਹ ਆਤਮਾ ਦਾ ਗਿਆਨ ਹੋ ਗਿਆ, ਪਤਾ ਲੱਗ ਗਿਆ ਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਕਿ ਆਤਮਾ ਤੇ ਪਰਮਾਤਮਾ ਇੱਕੋ ਹੀ ਸਰੂਪ ਹੈ। ਵਿੱਚ ਸਿਰਫ ਇੱਕ ਇਹ ਜਿਹੜਾ ਅਗਿਆਨਤਾ ਦਾ ਭਰਮ ਭੁਲੇਖਾ ਨਾ, ਉਹਦੇ ਕਰਕੇ ਵੱਖਰਾ ਭਾਸ ਰਿਹਾ। ਸਰੀਰ ਸੱਤ ਲੱਗ ਰਿਹਾ ਤੇ ਜਿਹੜੀ ਆਤਮ ਚੇਤਨ ਹੈਗਾ ਜਿਹੜਾ ਉਹ ਅਸੱਤ ਲੱਗ ਰਿਹਾ। ਸੋ ਇਹ ਜਿਹੜਾ ਅਗਿਆਨਤਾ ਦੇ ਕਾਰਨ ਕਰਕੇ ਜਿਹੜਾ ਇਹ ਭਰਮ ਭੁਲੇਖਾ ਪੈ ਗਿਆ, ਜਿਹਨੂੰ ਕੂੜ ਦੀ ਕੰਧ ਵੀ ਸਤਿਗੁਰੂ ਨੇ ਜਪਜੀ ਸਾਹਿਬ ਵਿੱਚ ਆਖਿਆ, ਕਿਵ ਕੂੜੈ ਟੁੱਟੈ ਪਾਲ, ਪਾਲ ਨਾਮ ਹੈ ਕੰਧ ਦਾ। ਕੂੜ ਦੀ ਕੰਧ ਜਿਹੜੀ ਉਸਰ ਗਈ ਹੈ। ਤੇ ਜਾਂ ਜਿਹਨੂੰ ਸਤਿਗੁਰੂ ਜੀ ਕਹਿੰਦੇ ਭਾਂ ਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਜਿਵੇਂ ਭੰਭੀਰੀ ਦਾ ਉਹ ਪਤਲਾ ਜਿਹਾ ਜਾਨਵਰ ਦਾ ਉਹ ਖੰਭ ਹੁੰਦਾ ਨਾ, ਉਨਾ ਕੁ ਕਹਿੰਦੇ ਬਰੀਕ ਜਾਂ ਇੱਕ ਭਰਮ ਦਾ ਪਰਦਾ ਪਿਆ ਹੋਇਆ। ਇਸ ਕਰਕੇ ਅਸੀਂ ਆਪਣੇ ਆਤਮ ਸਰੂਪ ਨੂੰ ਮਨੁੱਖ ਉਹ ਭੁੱਲ ਚੁੱਕਿਆ। ਤੇ ਕਹਿੰਦੇ ਜਿਹੜਾ ਕਹਿੰਦੇ ਉਸ ਸਰੂਪ ਨੂੰ ਦੁਬਾਰਾ ਜਾਣ ਲਏ, ਆਤਮ ਗਿਆਨੀ ਬਣ ਜਾਏ, ਆਤਮ ਦੀ ਸੋਝੀ ਹੋ ਜਾਵੇ, ਆਤਮਿਕ ਸੋਝੀ ਜਿਸ ਨੂੰ ਆ ਜਾਵੇ, ਕਹਿੰਦੇ ਉਹਦੇ ਇਹ ਦੋਵੇਂ ਹੀ ਕਰਮ, ਜਿਹੜਾ ਸੰਚਿਤ ਕਰਮ ਹੈ ਅਤੇ ਕਿਰੇਮਾਨ ਕਰਮ ਹਨ, ਇਹ ਦੋਵੇਂ ਨਾਸ਼ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਜਿਵੇਂ ਕਹਿੰਦੇ ਫਿਰ ਉਦਾਹਰਨ ਦੇ ਰਹੇ ਹੈ, ਕਹਿੰਦੇ ਤਰਕਸ਼ ਦੇ ਵਿੱਚ ਤੀਰ ਹੁੰਦੇ ਹੈ, ਭੱਥੇ ਵਿੱਚ ਤੀਰ ਹੁੰਦੇ ਆ, ਸੋ ਮਿਟਾਏ। ਉਹ ਆਪਣੀ ਮਰਜ਼ੀ ਹੈ ਵੀ ਆਪਾਂ ਉਹਨਾਂ ਨੂੰ ਮਿਟਾ ਦਈਏ, ਰੱਖ ਲਈਏ, ਨਾ ਚਲਾਈਏ, ਤੇ ਜਾਂ ਆਪਾਂ ਉਹਨਾਂ ਨੂੰ ਚਲਾ ਦਈਏ, ਉਹ ਤਾਂ ਆਪਣੇ 'ਤੇ ਡਿਪੈਂਡ ਕਰਦਾ ਨਾ। ਕਹਿੰਦੇ ਜਿਵੇਂ ਭੱਥੇ ਦੇ ਵਿੱਚ ਜਿਹੜੇ ਤੀਰ ਪਏ ਆ ਉਹ ਮਿਟਾਏ ਹੋਏ ਆ, ਬਿਲਕੁਲ ਰੱਖੇ ਹੋਏ ਆ, ਉਹਨਾਂ ਨੂੰ ਆਪਾਂ ਚਲਾਉਂਦੇ ਨਹੀਂ।
ਤਾਰ ਸੋ ਹਟਾਏ। ਫਿਰ ਕਹਿੰਦੇ ਦੂਜੀ ਤਰ੍ਹਾਂ ਦਾ ਤੀਰ ਉਹ ਹੈ ਜਿਹਨੂੰ ਆਪਾਂ ਭੱਥੇ ਦੇ ਵਿੱਚੋਂ ਕੱਢ ਲਿਆ, ਚਿੱਲੇ ਦੇ ਉੱਤੇ ਚਾੜ ਲਿਆ, ਧਨੁੱਖ ਦੀ ਤੰਦੀ ਖਿੱਚ ਲਈ ਤੇ ਆਪਾਂ ਉਹਨੂੰ ਚਲਾਉਣ ਦੇ ਲਈ ਰੈਡੀ ਆ, ਤਿਆਰ ਆ, ਬਿਲਕੁਲ ਆਪਾਂ ਪ੍ਰੀਪੇਅਰ ਆ ਉਹਦੇ ਵਿੱਚ ਵੀ ਹੁਣ ਆਪਾਂ ਇਹਨੂੰ ਚਲਾ ਦੇਣਾ। ਪਰ ਕਹਿੰਦੇ ਉਹ ਵੀ ਆਪਣੀ ਮਰਜ਼ੀ ਆ, ਚਲਾਉਣ ਤੋਂ ਪਹਿਲਾਂ ਪਹਿਲਾਂ, ਜਦੋਂ ਚੱਲ ਗਿਆ ਫਿਰ ਤਾਂ ਨਹੀਂ ਰੁਕਣਾ ਨਾ, ਉਹ ਚਲਾਉਣ ਤੋਂ ਪਹਿਲਾਂ ਪਹਿਲਾਂ ਆਪਣੀ ਮਰਜ਼ੀ ਆ ਵੀ ਅਸੀਂ ਹਟਾ ਸਕਦੇ ਹਾਂ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਭੱਥੇ ਦੇ ਵਿੱਚ ਤੀਰ ਹੈ ਉਹਨਾਂ ਨੂੰ ਬਾਹਰ ਕੱਢ ਕੇ ਚਿੱਲੇ ਦੇ ਉੱਤੇ ਚਾੜਿਆ ਹੋਵੇ ਉਹਨਾਂ ਨੂੰ ਵੀ ਹਟਾ ਸਕਦੇ ਹਾਂ, ਰੋਕ ਸਕਦੇ ਹਾਂ। ਹਾਂ ਕਹਿੰਦੇ ਤੀਜਾ ਕਹਿੰਦੇ ਤੀਰ ਹੈ ਜਿਹੜਾ ਉਹ ਕਹਿੰਦੇ ਪ੍ਰਾਰਬਧ ਦਾ, ਜਿਹੜੇ ਭੱਥੇ ਦੇ ਵਿੱਚ ਪਏ ਤੀਰ ਹੈ ਉਹਨਾਂ ਨੂੰ ਸਮਝ ਲਓ ਵੀ ਉਹ ਕਿਰੇਮਾਨ ਹੈ, ਤੇ ਜਿਹੜਾ ਆਪਾਂ ਚਿੱਲੇ 'ਤੇ ਚਾੜਿਆ ਪਰ ਚਲਾਇਆ ਨਹੀਂ ਉਹ ਸੰਚਿਤ ਹੈ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਤੀਰ ਆਪਾਂ ਚਲਾ ਦਿੱਤਾ ਭੱਥੇ ਦੇ ਵਿੱਚੋਂ, ਖਿੱਚ ਦਿੱਤੀ ਤੰਦੀ ਤੇ ਤੀਰ ਉਹਦੇ ਵਿੱਚੋਂ ਚੱਲ ਗਿਆ, ਤੇ ਇਸ ਤੀਰ ਨੂੰ ਕਹਿੰਦੇ ਇਹਨੂੰ ਪ੍ਰਾਰਬਧ ਕਰਮ ਜਾਣ ਲਵੋ। ਜਿਹੜਾ ਤੀਰ ਕਮਾਨ ਦੇ ਵਿੱਚੋਂ ਇੱਕ ਵਾਰੀ ਨਿਕਲ ਗਿਆ ਉਹਨੂੰ ਕੋਈ ਹਾਨ ਨਹੀਂ ਕਰ ਸਕਦਾ, ਰੋਕ ਨਹੀਂ ਸਕਦਾ, ਨਾਸ਼ ਨਹੀਂ ਕਰ ਸਕਦਾ, ਉਹਨੇ ਆਪਣੇ ਨਿਸ਼ਾਨੇ 'ਤੇ ਜਾ ਕੇ ਲੱਗਣਾ ਹੀ ਲੱਗਣਾ। ਤੇ ਇਸੇ ਤਰ੍ਹਾਂ ਕਹਿੰਦੇ ਪ੍ਰਾਰਬਧ ਰੂਪੀ ਜਿਹੜਾ ਤੀਰ ਹੈ, ਪ੍ਰਾਰਬਧ ਕਰਮ ਹੈ, ਇਹ ਕਹਿੰਦੇ ਜਦੋਂ ਇਹ ਬਣ ਜਾਂਦਾ, ਪ੍ਰਾਰਬਧ ਹੁੰਦੀ ਹੈ ਜਿਹੜੀ, ਇਹਨੂੰ ਕੋਈ ਰੋਕ ਨਹੀਂ ਸਕਦਾ, ਪ੍ਰਾਰਬਧ ਕਰਮਾਂ ਨੂੰ ਭੋਗਣਾ ਹੀ ਪੈਂਦਾ ਹੈ। ਹਾਂ ਕਹਿੰਦੇ ਇਹ ਗਿਆਨੀ ਹੋਵੇ ਕੋਈ ਜਾਂ ਅਗਿਆਨੀ ਹੋਵੇ, ਅੱਗੇ ਅਗਿਆਨੀ ਤੇ ਤੱਗਿਆ ਜੋ ਤਤ ਗਿਆਨ ਦੇ ਸਹਿਤ ਹੈ, ਗਿਆਨੀ ਹੈ ਚਾਹੇ ਅਗਿਆਨੀ ਹੈ, ਅਨਪੜ੍ਹ ਹੈ ਚਾਹੇ ਪੜ੍ਹਿਆ ਲਿਖਿਆ ਹੈ, ਕਹਿੰਦੇ ਦੋਵਾਂ ਨੂੰ ਇੱਕ ਸਮਾਨ ਹੀ ਫਲ ਦਿੰਦਾ। ਪ੍ਰਾਲਬਧ ਜਿਹਦੀ ਜਿਸ ਤਰ੍ਹਾਂ ਦੀ ਹੈ ਉਹਨੂੰ ਉਹ ਫਲ ਜ਼ਰੂਰ ਦਿੰਦੀ ਹੈ, ਪ੍ਰਾਲਬਧ ਜਿਹੜੀ ਬਿਲਕੁਲ ਫਲੀ ਭੂਤ ਜ਼ਰੂਰ ਹੁੰਦੀ ਹੈ। ਸੋ ਦੋਵਾਂ ਦੇ ਵਾਸਤੇ ਕਹਿੰਦੇ ਇੱਕੋ ਨਿਯਮ ਹੈ ਪ੍ਰਾਲਬਧ ਕਰਮ ਦਾ। ਪ੍ਰਾਲਬਧ ਹੈ ਜਿਹੜੀ ਕਹਿੰਦੀ ਦੋਵਾਂ ਨੂੰ ਹੀ ਸਮ ਕਹੀਏ ਬਰਾਬਰ ਹੀ ਫਲ ਦਿੰਦੀ ਹੈ। ਪ੍ਰਾਰਬਧ ਕਰਮ ਹੈ ਜਿਹੜਾ ਗਿਆਨੀ ਨੂੰ ਵੀ ਤੇ ਅਗਿਆਨੀ ਨੂੰ ਵੀ ਇੱਕੋ ਜਿਹਾ ਹੀ ਫਲ ਦਿੰਦਾ ਹੈ। ਫਰਕ ਸਿਰਫ ਇੰਨਾ ਕੁ ਹੈ ਵੀ ਜਿਹੜਾ ਅਗਿਆਨੀ ਪੁਰਸ਼ ਹੈ ਜਦੋਂ ਉਹਦੀ ਪ੍ਰਾਲਬਧ ਦੇ ਵਿੱਚ ਕੋਈ ਦੁੱਖ ਆ ਜਾਂਦਾ ਹੈ, ਪ੍ਰਾਲਬਧ ਦੇ ਮੁਤਾਬਕ ਉਹਨੂੰ ਕੋਈ ਕਸ਼ਟ ਆਉਂਦਾ ਹੈ ਤੇ ਉਹ ਚੀਕਾਂ ਮਾਰਦਾ, ਦੁਖੀ ਹੁੰਦਾ ਹੈ, ਰੱਬ ਨੂੰ ਵੀ ਉਲਾਂਭੇ ਦਿੰਦਾ ਵੀ ਮੇਰੀ ਪਤਾ ਨਹੀਂ ਕਿਹੋ ਜਿਹੀ ਕਿਸਮਤ ਲਿਖੀ ਹੈ। ਹਾਲਾਂਕਿ ਸਤਿਗੁਰੂ ਦੀ ਬਾਣੀ ਸਪਸ਼ਟ ਕਹਿੰਦੀ ਹੈ, ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਾਣਾ। ਕਿਸੇ ਦੂਜੇ ਨੂੰ ਦੋਸ਼ ਨਾ ਦੇ, ਨਾ ਤੂੰ ਇਹ ਕਹਿ ਮੇਰੇ ਤੇ ਕਿਸੇ ਪੀਰ ਦੀ ਕਰੋਪੀ ਹੋ ਗਈ ਜਾਂ ਦੇਵੀ ਕਰੋਪ ਹੋ ਗਈ ਜਾਂ ਗਵਾਂਢੀ ਨੇ ਕੁਛ ਕਰਾ ਦਿੱਤਾ। ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਰੱਬ ਨੂੰ ਵੀ ਦੋਸ਼ ਨਾ ਦੇ, ਇਹ ਤਾਂ ਤੇਰੇ ਆਪਣੇ ਕਰਮਾਂ ਦਾ ਫਲ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰ ਜਾਣਾ। ਦੂਜਿਆਂ ਨੂੰ ਦੋਸ਼ ਨਾ ਦੇ, ਦੂਜਿਆਂ ਨੂੰ ਦੋਸ਼ੀ ਨਾ ਠਹਿਰਾ, ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਵੀ ਜਿਸ ਤਰ੍ਹਾਂ ਦੀ ਮੇਰੀ ਪ੍ਰਾਲਬਧ ਦਾ ਕਰਮ ਮੈਂ ਕੀਤੇ ਹੈ ਉਸ ਤਰ੍ਹਾਂ ਦਾ ਫਲ ਮੈਨੂੰ ਮਿਲ ਰਿਹਾ ਹੈ। ਸੋ ਜਿਹੜੇ ਗਿਆਨੀ ਪੁਰਸ਼ ਹੈ ਉਹਨਾਂ ਪ੍ਰਾਲਬਧ ਨੂੰ ਉਹ ਵੀ ਭੋਗਦੇ ਹੈ, ਪਰ ਉਹਨਾਂ ਦੇ ਭੋਗਣ ਦਾ ਫਰਕ ਹੈ ਵੀ ਉਹ ਭਾਣੇ ਨੂੰ ਸੱਤ ਕਰਕੇ ਮੰਨ ਲੈਂਦੇ ਆ। ਇਹ ਮੰਨਦੇ ਆ ਵੀ ਇਹ ਸਾਡੇ ਕਰਮਾਂ ਦਾ ਹੀ ਹੈ ਚੱਕਰ, ਅਤੇ ਇਸ ਕਰਕੇ ਉਹ ਇਹ ਤੋਂ ਭੈ ਭੀਤ ਨਹੀਂ ਹੁੰਦੇ, ਇਹਦੇ ਵਿੱਚ ਦੁਖੀ ਨਹੀਂ ਹੁੰਦੇ, ਵਿਚਲਤ ਨਹੀਂ ਹੁੰਦੇ। ਜਿਵੇਂ ਉਹ ਇੱਕ ਸਾਖੀ ਪ੍ਰਮਾਣ ਆਉਂਦਾ ਹੈ, ਕਾਸ਼ੀ ਦੇ ਵਿੱਚ ਕਹਿੰਦੇ ਇੱਕ ਬ੍ਰਾਹਮਣ ਸੀ, ਬੜਾ ਵਿਦਵਾਨ ਸੀ, ਅਤੇ ਉਹਦੀ ਘਰਵਾਲੀ ਨਾ ਆਪ ਉਹ ਬੜਾ ਵਿਦਵਾਨ, ਲੋਕਾਂ ਨੂੰ ਉਹਨਾਂ ਦੇ ਕਰਮਾਂ ਬਾਰੇ ਦੱਸਿਆ ਕਰੇ, ਪਰ ਘਰਵਾਲੀ ਦੇ ਨਾਲ ਐਸਾ ਕੁਜੋੜ ਹੋਇਆ, ਉਹ ਬ੍ਰਾਹਮਣ ਸਿੱਧੀ ਗੱਲ ਕਰਿਆ ਕਰੇ ਤਾਂ ਉਹ ਅੱਗੋਂ ਪੁੱਠਾ ਹੀ ਬੋਲਿਆ ਕਰੇ, ਉਹ ਸਿੱਧੀ ਗੱਲ ਕਰੇ ਕੋਈ, ਉਹ ਅੱਗੋਂ ਪੁੱਠਾ ਬੋਲਿਆ ਕਰੇ। ਅਤੇ ਇੱਦਾਂ ਹੀ ਕਹਿੰਦੇ ਇੱਕ ਸਾਧੂ ਉਹਨਾਂ ਦੇ ਕੋਲ ਚਲਿਆ ਗਿਆ, ਜਿਸ ਸਾਧੂ ਦਾ ਇੱਕ ਰਾਜੇ ਦੇ ਪੁੱਤਰ ਨੇ, ਰਾਜਕੁਮਾਰ ਨੇ ਸਜ਼ਾ ਦਿੰਦਿਆਂ ਹੋਇਆਂ ਹੱਥ ਕੱਟ ਦਿੱਤਾ ਸੀ। ਉਹਦੇ ਉੱਤੇ ਦੋਸ਼ ਉਹਦੀ ਰਾਣੀ ਨੇ ਇਹ ਲਾਇਆ ਸੀ ਵੀ ਇਹਨੇ ਮਾੜੀ ਭਾਵਨਾ ਕਰਕੇ, ਮੰਦ ਭਾਵਨਾ ਕਰਕੇ ਮੈਨੂੰ ਛੂਹਿਆ, ਮੇਰੇ ਸਰੀਰ ਨੂੰ ਟੱਚ ਕੀਤਾ। ਉਹਨੇ ਉਹਦੇ ਉੱਤੇ ਦੋਸ਼ ਲਾਇਆ ਅਤੇ ਰਾਜਕੁਮਾਰ ਨੇ ਉਹ ਸਾਧੂ ਦਾ ਹੱਥ ਕਟਵਾ ਦਿੱਤਾ। ਹੁਣ ਸਾਧੂ ਚੰਗਾ ਭਜਨੀਕ ਸੀ, ਬਚਪਨ ਤੋਂ ਲੈ ਕੇ ਰੱਬ ਵਾਲੇ ਪਾਸੇ ਲੱਗਿਆ ਹੋਇਆ ਸੀ, ਸੋਚਦਾ ਹੈ ਵੀ ਮਾੜਾ ਕਰਮ ਮੈਂ ਕੋਈ ਕੀਤਾ ਨਹੀਂ। ਜਿਵੇਂ ਆਪਾਂ ਵੀ ਕਈ ਵਾਰੀ ਸੋਚਣ ਲੱਗ ਜਾਂਦੇ ਹਾਂ
ਵੀ ਫਲਾਣੇ ਬੰਦੇ ਨੇ ਤਾਂ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ, ਉਹਨੂੰ ਫਿਰ ਵੀ ਪਤਾ ਨਹੀਂ ਦੁੱਖ ਕਾਹਤੋਂ ਪ੍ਰਾਪਤ ਹੋਇਆ, ਜਾਂ ਆਪਣੇ ਆਪ 'ਤੇ ਲਾ ਲੈਂਦੇ ਆ ਵੀ ਮੈਂ ਕਦੇ ਮਾੜਾ ਕਰਮ ਕੋਈ ਨਹੀਂ ਕੀਤਾ ਅਤੇ ਇਹ ਮੈਨੂੰ ਇਸ ਤਰ੍ਹਾਂ ਦਾ ਫਲ ਕਿਉਂ ਪ੍ਰਾਪਤ ਹੋ ਰਿਹਾ, ਦੁੱਖ ਸੁੱਖ ਕਿਉਂ ਆ ਰਿਹਾ, ਦੁੱਖ ਕਿਉਂ ਆ ਰਿਹਾ, ਕਸ਼ਟ ਕਿਉਂ ਆ ਰਿਹਾ। ਉਸੇ ਤਰ੍ਹਾਂ ਉਹ ਸਾਧੂ ਵੀ ਇਹ ਸੋਚਦਾ ਉਹਨੇ ਸੁਣਿਆ ਸੀ ਉਹ ਬ੍ਰਾਹਮਣ ਦੇ ਬਾਰੇ ਵੀ ਉਹ ਕਰਮ ਫਿਲਾਸਫੀ ਦਾ ਬੜਾ ਗਿਆਤਾ ਹੈ, ਉਹਦੇ ਕੋਲੇ ਜਾ ਕੇ ਪੁੱਛਾਂ। ਕਾਸ਼ੀ ਦੇ ਵਿੱਚ ਉਹ ਬ੍ਰਾਹਮਣ ਦੇ ਕੋਲੇ ਗਿਆ। ਜਿਸ ਵੇਲੇ ਉਹਦੇ ਘਰ ਪਹੁੰਚਿਆ ਤੇ ਅੱਗੋਂ ਕੀ ਵੇਖਦਾ ਕਿ ਬ੍ਰਾਹਮਣ ਕੋਈ ਸਿੱਧੀ ਗੱਲ ਕਰਦਾ, ਉਹਦੀ ਘਰਵਾਲੀ ਫੇਰ ਉਹਨੂੰ ਪੁੱਠਾ ਹੀ ਜਵਾਬ ਦਿੰਦੀ ਹੈ, ਗੋਖੜੇ ਕੁਹਾੜੇ ਵਾਂਗੂ ਪੈਂਦੀ ਹੈ। ਤੇ ਉਹ ਜਿਹੜਾ ਸਾਧੂ ਸੀ ਗਿਆ, ਉਹ ਸੋਚਦਾ ਵੀ ਆਹ ਬ੍ਰਾਹਮਣ ਨੇ ਆ ਕਿ ਲੋਕਾਂ ਨੂੰ ਇਹ ਕਰਮ ਫਲ ਦੱਸੀ ਜਾਂਦਾ, ਲੋਕਾਂ ਦੇ ਕਰਮਾਂ ਦੀਆਂ ਗੱਲਾਂ ਕਰਦਾ ਹੈ ਤੇ ਆਪਦੇ ਕਰਮਾਂ ਦਾ ਇਹਨੂੰ ਪਤਾ ਨਹੀਂ ਸੀ। ਆਹ ਬਾਹਮਣੀ ਨਾਲ ਕਿੱਥੇ ਫਾਹਾ ਲਿਆ ਇਹਨੇ, ਪੁੱਠਾ ਹੀ ਬੋਲਦੀ ਹੈ ਇਹਨੂੰ, ਜਿਹੜੀ ਸਿੱਧੀ ਗੱਲ ਕਰਦਾ ਇਹ। ਤੇ ਉਸ ਵੇਲੇ ਉਹ ਬ੍ਰਾਹਮਣ ਨੇ, ਸਾਧੂ ਆਇਆ ਜਾਣ ਕੇ, ਬੜੀ ਆਦਰ ਸਤਿਕਾਰ, ਵਿਦਵਾਨ ਸੀ ਨਾ, ਮਾਣ ਸਤਿਕਾਰ ਕੀਤਾ। ਆਓ ਮਹਾਤਮਾ ਜੀ ਬੈਠੋ, ਜਲ ਪਾਣੀ ਛਕੋ, ਕੀ ਸੇਵਾ ਕਰੀਏ। ਇਹ ਦੋਵੇਂ ਗੱਲਾਂ ਦਾ ਉਹਨੇ ਫਰਕ ਵੇਖਿਆ ਵੀ ਘਰਵਾਲੀ ਦਾ ਇਹਦਾ ਸੁਭਾਅ ਇਸ ਤਰ੍ਹਾਂ ਦਾ, ਪੁੱਠਾ ਬੋਲਦੀ ਹੈ, ਆਪ ਇਹ ਇੰਨਾ ਸਿਆਣਾ ਹੈ, ਵੀ ਹੈ ਤਾਂ ਕਿਵੇਂ ਹੋਇਆ ਇਹ ਇਸ ਤਰ੍ਹਾਂ। ਪੁੱਛਿਆ, ਕਹਿੰਦਾ ਬ੍ਰਾਹਮਣ ਜੀ ਲੋਕਾਂ ਨੂੰ ਕਰਮ ਫਲ ਦੱਸਦੇ ਹੋ, ਪਰ ਤੁਸੀਂ ਤੁਹਾਡੇ ਘਰ ਵਿੱਚ ਕੀ ਵਰਤਾਰਾ ਵਰਤ ਰਿਹਾ, ਤੁਹਾਡੀ ਘਰਵਾਲੀ ਉਹ ਤੁਹਾਡੇ ਨਾਲ ਸਿੱਧੇ ਮੂੰਹ ਗੱਲ ਕਿਉਂ ਨਹੀਂ ਕਰਦੀ। ਅਤੇ ਅੱਗੋਂ ਉਹ ਬ੍ਰਾਹਮਣ ਸੀ ਨਾ ਜਿਹੜਾ ਵਿਦਵਾਨ, ਉਹ ਹੱਸ ਪਿਆ, ਮੁਸਕਰਾਉਂਦਾ ਹੋਇਆ ਕਹਿਣ ਲੱਗਾ, ਕਹਿੰਦਾ ਮਹਾਤਮਾ ਜੀ ਇਹ ਮੇਰੇ ਕਰਮਾਂ ਦਾ ਫਲ ਹੈ, ਮੈਨੂੰ ਪਤਾ ਹੈ ਵੀ ਇਹ ਕਰਮ ਮੈਂ ਕੀਤਾ ਅਤੇ ਮੈਂ ਹੀ ਇਹਨੂੰ ਭੋਗਣਾ ਹੈ ਅਤੇ ਖਿੜੇ ਮੱਥੇ ਮੈਂ ਭੋਗ ਰਿਹਾ, ਮੈਨੂੰ ਇਸ ਗੱਲ ਦਾ ਗੁੱਸਾ ਨਹੀਂ ਆਉਂਦਾ। ਉਹ ਕਹਿੰਦਾ ਜੀ ਵਿਸਥਾਰ ਸਹਿਤ ਦੱਸੋ। ਕਹਿੰਦਾ ਵੀ ਗੱਲ ਇਉਂ ਸੀ ਵੀ ਪਿਛਲੇ ਜਨਮ ਦੇ ਵਿੱਚ, ਕਹਿੰਦਾ ਮੈਂ ਕਾਂ ਦੀ ਜੂਨ ਵਿੱਚ ਸੀ, ਮੈਂ ਕਾਂ ਸੀ ਅਤੇ ਜਿਹੜੀ ਮੇਰੀ ਘਰ ਵਾਲੀ ਬ੍ਰਾਹਮਣੀ ਆ ਨਾ, ਇਹ ਸੀ ਖੋਤੀ। ਕਹਿੰਦੇ ਗੰਗਾ ਦੇ ਕਿਨਾਰੇ ਤੁਰੀ ਫਿਰਦੀ ਸੀ ਅਤੇ ਕਾਵਾਂ ਦਾ ਜਿਵੇਂ ਸੁਭਾਅ ਹੁੰਦਾ ਹੈ, ਜਾਨਵਰਾਂ ਦੇ ਕਿਸੇ ਦੇ ਸਰੀਰ ਦੇ ਉੱਤੇ ਕੋਈ ਜ਼ਖਮ ਹੋਵੇ ਜਾਂ ਵੈਸੇ ਉਹ ਠੁੰਗੇ ਜਿਹੇ ਮਾਰਦੇ, ਚੁੰਝਾਂ ਜਿਹੀਆਂ ਮਾਰਦੇ ਫਿਰਦੇ ਰਹਿੰਦੇ ਹੈ। ਕਹਿੰਦਾ ਇਹਦੇ ਲਾਗਾ ਜਿਹਾ ਲੱਗਿਆ ਹੋਇਆ ਸੀ ਸਰੀਰ ਦੇ ਉੱਤੇ। ਕਹਿੰਦਾ ਮੈਂ ਆਪਣੇ ਕਾਵਾਂ ਵਾਲੇ ਸੁਭਾਅ ਦੇ ਮੁਤਾਬਕ ਜਾ ਕੇ, ਕਹਿੰਦੇ ਇਹਦੇ ਆਪਣਾ ਠੁੰਗਾ ਮਾਰਿਆ, ਚੁੰਝ ਮਾਰੀ, ਚੁੰਝ ਕਿਤੇ ਕਹਿੰਦਾ ਇਹਦੀ ਹੱਡੀ ਦੇ ਵਿੱਚ ਫਸ ਗਈ ਅਤੇ ਉਹ ਨਿਕਲੇ ਨਾ, ਮੈਂ ਬੜਾ ਜ਼ੋਰ ਲਾਵਾਂ। ਕਹਿੰਦਾ ਜਦੋਂ ਮੈਂ ਚੁੰਝ ਨੂੰ ਹਿਲਾਵਾਂ, ਇਹਨੂੰ ਦੁੱਖ ਹੋਵੇ ਅਤੇ ਦੁਖੀ ਹੋ ਕੇ ਕਹਿੰਦੇ ਗੰਗਾ ਵਿੱਚ ਵੜ ਗਈ ਜਿਹੜੀ ਖੋਤੀ ਸੀ। ਕਹਿੰਦਾ ਗੰਗਾ ਵਿੱਚ ਬੜੀ, ਮੈਂ ਚੁੰਝ ਜੀ ਹਿਲਾ ਕੇ ਕੱਢਣ ਦਾ ਯਤਨ ਕਰਾਂ ਪਰ ਉਹ ਨਿਕਲੇ ਨਾ, ਅਤੇ ਗੰਗਾ ਵਿੱਚ ਹੋਰ ਗਾਂਹ ਡੂੰਘੇ ਥਾਂ ਤੁਰਦੀ ਗਈ। ਇਹਨੂੰ ਦਰਦ ਹੋਇਆ, ਪੀੜਾ ਹੋਈ ਅਤੇ ਇਉਂ ਕਹਿੰਦੇ ਡੂੰਘੇ ਵਹਾਅ ਦੇ ਵਿੱਚ ਕਹਿੰਦੇ ਅਸੀਂ ਦੋਵੇਂ ਹੀ ਰੁੜ ਗਏ, ਸਾਡੀ ਮੌਤ ਹੋ ਗਈ। ਉਸ ਤੋਂ ਬਾਅਦ ਕਹਿੰਦੇ ਦੁਬਾਰਾ ਕੋਈ ਜਿਹੜਾ ਮੇਰਾ ਚੰਗਾ ਕਰਮ ਸੀ ਉਹਦੇ ਮੁਤਾਬਕ ਮੈਨੂੰ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਮਿਲਿਆ ਅਤੇ ਇਹ ਬ੍ਰਾਹਮਣੀ ਹੋ ਕੇ ਅਤੇ ਕਹਿੰਦੇ ਮੇਰੇ ਘਰ ਵਾਲੀ ਬਣ ਗਈ ਜਿਹੜੀ ਖੋਤੀ ਸੀ। ਕਹਿੰਦੇ ਪਿਛਲੇ ਜਨਮ ਦੇ ਵਿੱਚ ਮੈਂ ਇਹਨੂੰ ਦੁੱਖ ਦਿੱਤਾ, ਉਹ ਠੁੰਗਾ ਜਿਹਾ ਮਾਰ ਕੇ, ਚੁੰਝ ਜੀ ਮਾਰ ਕੇ ਅਤੇ ਇਹਨੂੰ ਦੁਖੀ ਕੀਤਾ, ਅਤੇ ਕਹਿੰਦੇ ਹੁਣ ਇਹ ਮੇਰੇ ਠੁੰਗੇ ਮਾਰਦੀ ਹੈ, ਮੈਨੂੰ ਪੁੱਠਾ ਸਿੱਧਾ ਬੋਲਦੀ ਹੈ ਅਤੇ ਮੈਨੂੰ ਇਸ ਗੱਲ ਦਾ ਪਤਾ ਵੀ ਇਹ ਮੇਰੇ ਕਰਮ ਦਾ ਫਲ ਹੈ, ਇਸ ਕਰਕੇ ਮੈਂ ਖਿੜੇ ਮੱਥੇ ਇਸ ਗੱਲ ਨੂੰ ਸਵੀਕਾਰ ਕੀਤਾ ਹੋਇਆ। ਕਹਿੰਦਾ ਜੀ ਇਹ ਗੱਲ ਤਾਂ ਚਲੋ ਮੰਨੀ, ਪਰ ਕਹਿੰਦਾ ਮੈਂ ਤਾਂ ਕੋਈ ਮਾੜਾ ਕਰਮ ਨਹੀਂ ਕੀਤਾ, ਫਿਰ ਵੀ ਆ ਮੇਰਾ ਹੱਥ ਕਾਹਤੋਂ ਕੱਟਿਆ ਗਿਆ। ਕਹਿੰਦੇ ਵੀ ਤੇਰਾ ਵੀ ਇਹ ਕਰਮ ਦਾ ਫਲ ਹੈ। ਉਹ ਕਹਿੰਦਾ ਕਿਵੇਂ। ਕਹਿੰਦਾ ਤੂੰ ਪਿਛਲੇ ਜਨਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਾਧੂ ਸੀ, ਬੰਦਗੀ ਵਾਲਾ, ਨਾਮ ਜਪਦਾ ਸੀ, ਜੰਗਲ ਵਿੱਚ ਬੈਠਾ ਸੀ, ਹੱਥ ਵਿੱਚ ਮਾਲਾ ਫੜ ਕੇ ਫੇਰ ਰਿਹਾ ਸੀ। ਕਹਿੰਦੇ ਇੱਕ ਕਸਾਈ ਜਿਹੜਾ ਗਊ ਨੂੰ ਵੱਢ ਰਿਹਾ ਸੀ, ਗਊ ਸੀ ਜ਼ੋਰਾਵਰ, ਬਲਸ਼ਾਲੀ ਸੀ, ਬਲਵਾਨ ਸੀ, ਉਹ ਤੋਂ ਛੁਡਾ ਕੇ ਭੱਜ ਆਈ ਜੰਗਲ ਦੇ ਵਿੱਚ। ਪਿੱਛੇ ਪਿੱਛੇ ਉਹ ਕਸਾਈ ਵੀ ਹੱਥ ਦੇ ਵਿੱਚ ਉਹਨੇ ਆਪਣਾ ਉਹ ਹਥਿਆਰ ਤਿੱਖਾ ਨਕੀਲਾ ਫੜਿਆ ਹੋਇਆ, ਉਹਦੇ ਪਿੱਛੇ ਆ ਗਿਆ ਤੇਜ਼ ਧਾਰ ਹਥਿਆਰ ਲੈ ਕੇ। ਕਹਿੰਦੇ ਮਹਾਤਮਾ ਜੀ ਜਿੱਥੇ ਤੁਸੀਂ ਬੈਠੇ ਸੀ ਨਾ, ਗਊ ਤੁਹਾਡੇ ਸਾਹਮਣੇ ਉਹਦੀ ਲੰਘ ਗਈ ਜੰਗਲ ਵਿੱਚ ਅੱਗੇ। ਕਹਿੰਦੇ ਉੱਧਰੋਂ ਇਹ ਕਸਾਈ ਆ ਕੇ ਤੁਹਾਨੂੰ ਪੁੱਛਦਾ ਹੈ ਵੀ ਤੁਸੀਂ ਗਊ, ਮਹਾਤਮਾ ਜੀ ਇੱਧਰ ਗਊ ਜਾਂਦੀ ਵੇਖੀ ਹੈ। ਕਹਿੰਦਾ ਤੂੰ ਮੂੰਹ ਤੋਂ ਬੋਲਿਆ ਤਾਂ ਕੁਛ ਨਹੀਂ ਸੀ ਉਸ ਵੇਲੇ, ਪਰ ਕਹਿੰਦੇ ਤੂੰ ਆਪਣੇ ਹੱਥ ਦੇ ਨਾਲ, ਜਿਹੜੇ ਹੱਥ ਵਿੱਚ ਮਾਲਾ ਫੜੀ ਹੋਈ ਸੀ ਨਾ, ਉਹਦੇ ਨਾਲ ਇੱਦਾਂ ਇਸ਼ਾਰਾ ਕਰਤਾ ਵੀ ਇੱਧਰ ਨੂੰ ਗਈ ਹੈ। ਕਹਿੰਦੇ ਉਹ ਤੇਰੇ ਉਹ ਇਸ਼ਾਰਾ ਜਿਹਾ ਕਰਨ ਦੇ ਨਾਲ ਨਾ, ਕਹਿੰਦੇ ਅਤੇ ਉਹਨੂੰ ਪਤਾ ਲੱਗ ਗਿਆ ਗਊ ਇੱਧਰ ਨੂੰ ਗਈ ਹੈ, ਅਤੇ ਉਹ ਕਸਾਈ ਨੇ ਜਾ ਕੇ ਉਹ ਗਊ ਨੂੰ ਲੱਭਿਆ ਅਤੇ ਵੱਢ ਦਿੱਤਾ, ਮਾਰ ਦਿੱਤਾ। ਅਤੇ ਕਹਿੰਦੇ ਉਸ ਕਰਕੇ ਕਹਿੰਦੇ ਤੂੰ ਉਹ ਕਸਾਈ ਦੇ ਜਿਹੜੇ ਪਾਪ ਦੇ ਵਿੱਚ ਭਾਗੀਦਾਰ ਬਣ ਗਿਆ। ਹੁਣ ਕਹਿੰਦੇ ਦੁਬਾਰਾ ਜਨਮ ਹੋਇਆ। ਕਹਿੰਦੇ ਉਹ ਜਿਹੜਾ ਕਸਾਈ ਸੀ ਉਹ ਰਾਜੇ ਦਾ ਰਾਜਕੁਮਾਰ ਬਣਿਆ, ਉਹਦਾ ਕੋਈ ਹੋਰ ਚੰਗਾ ਕਰਮ ਹੋਣਾ, ਉਹਦੇ ਮੁਤਾਬਕ ਉਹਨੂੰ ਰਾਜ ਭਾਗ ਮਿਲ ਗਿਆ। ਉਹ ਜਿਹੜੀ ਗਊ ਸੀ
ਉਹ ਕਿਸੇ ਹੋਰ ਰਾਜੇ ਦੇ ਘਰ ਰਾਜਕੁਮਾਰੀ ਬਣ ਕੇ ਪੈਦਾ ਹੋਈ ਤੇ ਇਹਨਾਂ ਦਾ ਆਪਸ ਵਿੱਚ ਸੰਜੋਗ ਹੋ ਗਿਆ, ਵਿਆਹ ਹੋ ਗਿਆ। ਤੇ ਕਹਿੰਦੇ ਫਿਰ ਜਿਹੜਾ ਪਿਛਲਾ ਕਰਮ ਸੀ ਨਾ, ਉਹਦਾ ਫਲ ਕਹਿੰਦੇ ਹੁਣ ਭੁਗਤਾਉਣਾ ਹੀ ਸੀ। ਕਹਿੰਦੇ ਉਹਨੇ ਗਊ ਨੇ ਕਹਿੰਦੇ ਜਿਹੜੀ ਉਹਦੀ ਘਰਵਾਲੀ ਬਣੀ ਹੋਈ ਆ ਰਾਜਕੁਮਾਰੀ ਰਾਣੀ, ਕਹਿੰਦੇ ਉਹਨੇ ਝੂਠੀ ਤੋਹਮਤ ਲਾ ਦਿੱਤੀ ਤੇਰੇ ਉੱਤੇ, ਕਿਉਂਕਿ ਤੇਰੇ ਤੋਂ ਉਹਨੇ ਬਦਲਾ ਲੈਣਾ ਸੀ। ਸੋ ਉਹ ਜਿਹੜਾ ਕਸਾਈ ਸੀ ਹੁਣ ਰਾਜਾ ਹੈ, ਕਹਿੰਦੇ ਉਹਨੇ ਤੈਨੂੰ ਉਹ ਸਜ਼ਾ ਦੇ ਦਿੱਤੀ। ਉਦੋਂ ਤੂੰ ਹੱਥ ਦਾ ਇਸ਼ਾਰਾ ਜਿਹਾ ਕੀਤਾ ਸੀ, ਕਹਿੰਦੇ ਉਹ ਤੇਰਾ ਹੱਥ ਹੀ ਕੱਟਿਆ ਗਿਆ, ਕਹਿੰਦੇ ਉਹ ਤੇਰੇ ਕਰਮ ਦਾ ਫਲ ਤੈਨੂੰ ਮਿਲਿਆ। ਸੋ ਭਾਵੇਂ ਕੋਈ ਗਿਆਨੀ ਹੈ ਭਾਵੇਂ ਅਗਿਆਨੀ ਹੈ, ਪੜ੍ਹਿਆ ਲਿਖਿਆ ਹੈ, ਵੇਦਾਂ ਦਾ ਜਾਣੂ ਹੈ, ਜਿਹਨੂੰ ਬਹੁਤ ਸੋਝੀ ਹੈ, ਕਹਿੰਦੇ ਸਾਰਿਆਂ ਨੂੰ ਇਹ ਬਰਾਬਰ ਜਿਹੜਾ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਅੱਗ ਤੱਗ ਕੈ ਇੱਕ ਸਮ ਹੋਏ, ਕਹਿੰਦੇ ਜਿਹੜਾ ਗਿਆਨੀ ਅਤੇ ਅਗਿਆਨੀ ਹੈ ਸੋ ਦੋਵਾਂ ਨੂੰ ਇੱਕੋ ਪ੍ਰਕਾਰ ਦਾ ਜਿਹੜਾ ਫਲ ਹੈ, ਸੋ ਇਹ ਜਿਹੜਾ ਪ੍ਰਾਰਬਧ ਕਰਮ ਦੇ ਅਨੁਸਾਰ ਮਿਲਦਾ ਹੈ। ਸੋ ਸਮੇਂ ਦੀ ਇੱਥੇ ਸਮਾਪਤੀ ਹੈ, ਬਾਕੀ ਰਹਿੰਦਾ ਅਧਿਆਏ ਹੈ, ਬਾਕੀ ਰਹਿੰਦਾ ਪ੍ਰਸੰਗ ਜਿਹੜਾ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿਵੇਂ ਆਪ ਕਿਰਪਾ ਕਰਕੇ ਸੇਵਾ ਲੈ ਰਹੇ ਹੈ। ਸੋ ਆਪ ਜੀ ਦੇ ਚਰਨਾਂ ਦੇ ਵਿੱਚ ਉਹੀ ਅਰਜ਼ ਕਰ ਦਿੰਦੇ ਹਾਂ, ਸੁਣਾ ਦਿੰਦੇ ਹਾਂ। ਆਪ ਜੀ ਨੇ ਸ਼ੁੱਧਤਾ ਦੇ ਲਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ, ਉਪਰੰਤ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।